ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦ ਸਿੱਖ ਵਿਊ ਪੁਆਇੰਟ ਚੈਨਲ ਜੁੜੀ ਸੰਗਤ ਦਾ ਇੱਕ ਵਾਰ ਫੇਰ ਬਹੁਤ ਨਿੱਘਾ ਸਵਾਗਤ ਹੈ ਤੇ ਆਸ ਕਰਦੇ ਹਾਂ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ। ਸ਼ਹੀਦ ਭਗਤ ਸਿੰਘ ਉਹਨਾਂ ਦਾ ਜਦੋਂ ਵੀ ਜਨਤਕ ਜ਼ਿਕਰ ਹੁੰਦਾ ਹੈ ਤੇ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਅਕਸਰ ਜਿਹੜੀ ਖੱਬੇਪੰਥੀ ਧਿਰਾਂ ਨੇ ਅਤੇ ਪੰਥਕ ਧਿਰਾਂ ਨੇ ਉਹਨਾਂ ਵਿੱਚ ਇੱਕ ਵਿਵਾਦ ਜਿਹਾ ਛਿੜ ਜਾਂਦਾ ਹੈ। ਇਹ ਵਿਵਾਦ ਅਕਸਰ ਬਹੁਤ ਤਣਾਅਪੂਰਨ ਬਣ ਜਾਂਦਾ ਹੈ ਅਤੇ ਤਕਰਾਰ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ। ਇੱਦਾਂ ਦੇ ਹਾਲਾਤ ਹੁਣ ਫੇਰ ਬਣੇ ਹੋਏ ਨੇ ਜਦੋਂ ਪਿਛਲੇ ਦਿਨੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਬਿਆਨ ਆਉਂਦਾ ਹੈ। ਅੱਜ ਇਸੇ ਮੁੱਦੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਅਜਮੇਰ ਸਿੰਘ ਜੀ। ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਾਰਿਆਂ ਨਾਲੋਂ ਪਹਿਲਾ ਸਵਾਲ ਮੇਰਾ ਆਪ ਜੀ ਨੂੰ ਆਹੀ ਹੋਊਗਾ ਵੀ ਸਰਦਾਰ ਭਗਤ ਸਿੰਘ ਉਹਨਾਂ ਦੀ ਸ਼ਹਾਦਤ ਦਾ ਅਤੇ ਉਹਨਾਂ ਦੀ ਵਿਚਾਰਧਾਰਾ ਦਾ ਜਦੋਂ ਵੀ ਜ਼ਿਕਰ ਆਉਂਦਾ ਹੈ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਇਹ ਦੋ ਧਿਰਾਂ ਖੱਬੇਪੰਥੀ ਅਤੇ ਪੰਥਕ ਧਿਰਾਂ ਇੱਕ ਦੋਵੇਂ ਆਪਸ ਵਿੱਚ ਇੱਕ ਤਣਾਅਪੂਰਨ ਸਥਿਤੀ ਵਿੱਚ ਆ ਖੜ੍ਹਦੀਆਂ ਨੇ। ਅਜਿਹਾ ਕਿਉਂ ਹੁੰਦਾ ਹੈ ਅਤੇ ਇਹਦੀ ਵਿਆਖਿਆ ਅਸੀਂ ਆਪ ਜੀ ਤੋਂ ਲੈਣਾ ਚਾਹਾਂਗੇ। ਇਹਦੀ ਵਿਆਖਿਆ ਤਾਂ ਆਪਾਂ ਥੋੜ੍ਹਾ ਅੱਗੇ ਜਾ ਕੇ ਕਰਦੇ ਹਾਂ ਕਿਉਂਕਿ ਇਹਦੇ ਕਾਰਨ ਕੁਛ ਅਤੇ ਪਰ ਹੁਣ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਨਾ ਉਹ ਇਹ ਹੈ ਕਿ ਮੈਂ ਜਿੰਨਾ ਕੇਸ ਜਿਹੜੇ ਵਿਵਾਦ ਚੱਲਿਆ ਇਹਨੂੰ ਫਾਲੋ ਕੀਤਾ ਉਹਦੇ 'ਚ ਮੈਨੂੰ ਇਹ ਲੱਗਦਾ ਵੀ ਦੋਵਾਂ ਹੀ ਵਰਗਾਂ ਦੇ ਤਕਰੀਬਨ 99% ਹਿੱਸੇ ਨੇ ਸ਼ਹੀਦ ਭਗਤ ਸਿੰਘ ਦੀ ਕੋਈ ਲਿਖਤ ਸ਼ਾਇਦ ਨਹੀਂ ਪੜ੍ਹੀ। ਟੁੱਟਵੀਆਂ ਗੱਲਾਂ ਪ੍ਰਾਪੇ ਗੰਢੇ ਵਜੋਂ ਜਿਹੜੀਆਂ ਕਿਤੇ ਕੋਟ ਹੋ ਗਈਆਂ ਉਹਨਾਂ ਨਾਲ ਲੜਾਈ ਲੜੀ ਜਾ ਰਹੀ ਹੈ ਦੋਵੇਂ ਧਿਰਾਂ ਵੱਲੋਂ ਹੀ। ਦੋਵੇਂ ਧਿਰਾਂ ਤੋਂ ਮੇਰਾ ਭਾਵ ਹੈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਬਾਰੇ ਤਾਂ ਮੈਂ ਇਹ ਕਹਿ ਸਕਦਾ ਕਿ 100% ਹੀ ਬੰਦੇ ਇਹ ਜਿਹੇ ਲੋਕ ਜਿਨ੍ਹਾਂ ਨੇ ਕੁਛ ਨਹੀਂ ਪੜ੍ਹਿਆ। ਚਲੋ ਜਿਹੜੇ ਖੱਬੇ ਪੱਖੀ ਆ ਉਹਨਾਂ ਨੇ ਜ਼ਰੂਰ ਸ਼ਹੀਦ ਭਗਤ ਸਿੰਘ ਬਾਰੇ ਆਪਾਂ ਮੰਨ ਕੇ ਚੱਲਦੇ ਹਾਂ ਪੜ੍ਹਿਆ ਹੋਇਆ ਹੈ ਕਿਉਂਕਿ ਉਹ ਉਹਨਾਂ ਦਾ ਸਿਧਾਂਤਕ ਰਹਿਬਰ ਵੀ ਹੈ ਅਤੇ ਨਾਇਕ ਵੀ ਹੈ ਅਤੇ ਪ੍ਰੇਰਨਾ ਦਾ ਸਰੋਤ ਹੈ। ਇਹਨਾਂ ਦਾ ਕਾਗਜ਼ੀ ਹੈ ਸਾਰਾ ਕੁਛ ਆਮ ਆਦਮੀ ਪਾਰਟੀ ਦਾ। ਅਤੇ ਪੰਥਕ ਧਿਰਾਂ ਦਾ ਵੀ ਹੁਣ ਤੱਕ ਜਿੰਨਾ ਕੁ ਸਾਹਮਣੇ ਆਇਆ ਹੈ ਉਹਦੇ 'ਚੋਂ ਇਹ ਲੱਗ ਰਿਹਾ ਕਿ ਮਸਲੇ ਦਾ ਨਾ ਜਾਂ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਸਲ 'ਚ ਕੀ ਸੀ ਉਹਦਾ ਪੂਰਾ ਡੂੰਘਾਈ 'ਚ ਸਾਰਾ ਗਿਆਨ ਨਹੀਂ। ਕੁਛ ਗੱਲਾਂ ਟੋਟ ਕੇ ਚੱਲੇ ਉਹਦੇ ਆਧਾਰ 'ਤੇ ਤੱਟ-ਫੱਟ ਨਿਰਣੇ ਲੈ ਲਏ ਜੋ ਅੱਜ ਕੱਲ੍ਹ ਦਸਤੂਰ ਹੈ। ਉਸ ਤੋਂ ਬਾਅਦ ਇੱਕ ਦੂਜੇ ਦੇ ਖਿਲਾਫ ਗੋਲੇ ਦਾਗਣੇ ਸ਼ੁਰੂ ਕਰਤੇ ਅਤੇ ਬਸ ਸਭ ਕੁਛ ਇਸ ਤਰ੍ਹਾਂ ਚੱਲੀ ਜਾ ਰਿਹਾ। ਸੋ ਜੇ ਮੇਰਾ ਮੁੱਢਲਾ ਪ੍ਰਭਾਵ ਦੇਖਦੇ ਹੋ ਤਾਂ ਮੈਨੂੰ ਤਾਂ ਇਹ ਬਹੁਤ ਹੀ ਨਿਰਾਸ਼ਾਜਨਕ ਜਿਹੀ ਸਿਚੁਏਸ਼ਨ ਲੱਗੀ ਹੈ। ਉਹ ਆਪਾਂ ਬਾਅਦ 'ਚ ਗੱਲ ਕਰਾਂਗੇ। ਪਰ ਮੈਨੂੰ ਹੁਣ ਇੱਥੇ ਲੋੜ ਲੱਗ ਰਹੀ ਹੈ ਦੋਵਾਂ ਧਿਰਾਂ ਨੂੰ ਹੀ ਕਿ ਪਹਿਲਾਂ ਕੁਛ ਆਪਾਂ ਤੱਥ ਲਿਆਈਏ ਸ਼ਹੀਦ ਭਗਤ ਸਿੰਘ ਦੇ ਬਾਰੇ 'ਚ। ਉਹਦੇ ਦੋ ਪੱਖ ਬਣਦੇ ਆ। ਇੱਕ ਉਹਦੇ ਵਿਚਾਰ ਜਾਂ ਵਿਚਾਰਧਾਰਾ ਕੀ ਸੀ, ਇੱਕ ਉਹਨੇ ਜੋ ਐਕਸ਼ਨ ਕੀਤੇ, ਜੋ ਵੀ ਕੀਤਾ, ਬੰਬ ਸੁੱਟਿਆ ਜਾਂ ਸਾਂਡਰਸ ਮਾਰਿਆ। ਮੇਨ ਤਾਂ ਇਹ ਦੋ ਕਾਰਵਾਈਆਂ ਉਹਦੀ ਜ਼ਿੰਦਗੀ ਦੀਆਂ ਜਿਹੜੀਆਂ ਰਿਪੋਰਟ ਹੋਈਆਂ ਜਾਂ ਵੱਡੀਆਂ ਕਾਰਵਾਈਆਂ ਜਿਹੜੀਆਂ ਆਧਾਰ ਬਣੀਆਂ ਮੁਕੱਦਮੇ ਦਾ। ਬਾਕੀ ਹੋਰ ਹੈਗੀਆਂ ਛੋਟੀਆਂ ਮੋਟੀਆਂ, ਉਹ ਇੰਨੀਆਂ ਅਹਿਮ ਨਹੀਂ। ਸੋ ਇਹ ਦੋ ਪੱਖ ਹੈ ਵਿਚਾਰਧਾਰਾ ਅਤੇ ਉਹਨਾਂ ਦੀ ਅਮਲ। ਉਹਨੂੰ ਆਪਾਂ ਅਲੱਗ-ਅਲੱਗ ਕਰਕੇ ਵਿਚਾਰਾਂਗੇ। ਸੋ ਪਹਿਲਾਂ ਮੈਨੂੰ ਲੱਗਦਾ ਕਿ ਉਹਦੇ ਵਿਚਾਰ ਕੀ ਸੀ। ਉਹਨਾਂ ਵਿਚਾਰਾਂ ਤੋਂ ਸਰੋਤਿਆਂ ਨੂੰ ਜਾਣੂ ਕਰਾਉਣਾ ਜ਼ਰੂਰੀ ਹੈ ਜੇ ਉਹ ਜਿਹੜੇ ਉਹਨਾਂ 'ਚੋਂ ਜਾਣੂ ਹੋਣਾ ਚਾਹੁੰਦੇ ਹਨ। ਵੈਸੇ ਜੋ ਕੁਛ ਮੈਂ ਓਬਜ਼ਰਵ ਕਰ ਰਿਹਾ ਦੇਖ ਰਿਹਾ ਉਹਦੇ 'ਚੋਂ ਇਹ ਹੈ ਕਿ ਥੋੜ੍ਹੇ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਲੋੜ ਹੈ
ਉਹਨਾਂ ਨੂੰ ਤਾਂ ਮਸਾਲਾ ਚਾਹੀਦਾ ਬਸ। ਇਹ ਮੈਂ ਇੱਥੇ ਪਹਿਲਾਂ ਸਪਸ਼ਟ ਕਰ ਦਿੰਦਾ ਕਿ ਮਸਾਲਾ ਸ਼ਾਇਦ ਨਾ ਮਿਲੇ, ਹਾਂ ਵਿੱਚੋਂ ਕੱਢ ਲੈਂਦੇ ਨੇ ਸਾਰੇ। ਅੱਜ ਕੱਲ੍ਹ ਤਾਂ ਇਹੀ ਚੱਲਦਾ ਨਾ, ਤੁਸੀਂ 20 ਮਿੰਟ ਗੱਲਬਾਤ ਕੀਤੀ, 2 ਮਿੰਟ ਦੀ 1.5 ਮਿੰਟ ਦੀ ਵਿੱਚੋਂ ਗੱਲ ਕੱਢ ਲੈਣੀ ਆ ਅਗਲੇ ਨੇ, ਉਹਨਾਂ ਦਾ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਬਸ। ਚਲੋ ਇਹ ਤਾਂ ਇੱਕ ਵੱਖਰਾ ਵਿਸ਼ਾ ਮਸਲਾ ਹੈ, ਅਖੀਰ ਤੇ ਜਾ ਕੇ ਮੈਂ ਇਹਦੇ ਬਾਰੇ ਵੀ ਗੱਲ ਕਰੂੰਗਾ। ਪਰ ਹੁਣ ਸਭ ਤੋਂ ਪਹਿਲਾਂ ਆਪਾਂ ਜੋ ਤੱਥ ਨੇ ਜਿਹੜੇ ਝੁਠਲਾਏ ਨਹੀਂ ਜਾ ਸਕਦੇ, ਦੋਹੀ ਧਿਰਾਂ ਨਹੀਂ ਝੁਠਲਾ ਸਕਣਗੀਆਂ, ਕਿਉਂਕਿ ਮੈਂ ਜੋ ਵੀ ਬੋਲੂੰ, ਜੋ ਮੈਂ ਦੱਸੂੰ, ਮੈਂ ਸ਼ਹੀਦ ਭਗਤ ਸਿੰਘ ਦੀਆਂ ਆਪਦੀਆਂ ਮੌਲਿਕ ਲਿਖਤਾਂ ਦੇ ਵਿੱਚੋਂ ਦੱਸੂੰਗਾ, ਕਿਸੇ ਹੋਰ ਦੀ ਕੀਤੀ ਵਿਆਖਿਆ ਨਹੀਂ, ਜੋ ਉਹਨੇ ਆਪ ਲਿਖਿਆ ਹੈ। ਤੇ ਇਹ ਸ਼ਾਇਦ ਦੋਵੇਂ ਹੀ ਵਰਗਾਂ ਵਾਸਤੇ, ਦੋਵੇਂ ਹੀ ਧਿਰਾਂ ਵਾਸਤੇ ਅੱਖਾਂ ਖੋਲ੍ਹਣ ਵਾਲੀਆਂ ਵੀ ਹੋਣਗੀਆਂ। ਮੇਰੀ ਇਹ ਧਾਰਨਾ ਅੱਖਾਂ ਅੱਜ ਕੱਲ੍ਹ ਨਹੀਂ ਖੁੱਲ੍ਹਦੀਆਂ, ਵੈਸੇ ਨਾ ਕੋਈ ਖੋਲ੍ਹਣੀਆਂ ਚਾਹੁੰਦਾ ਹੈ। ਚਲੋ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਹੀਦ ਭਗਤ ਸਿੰਘ ਬਾਰੇ ਸਭ ਤੋਂ ਪਹਿਲਾਂ ਉਹਦੇ ਪਰਿਵਾਰਕ ਪਿਛੋਕੜ ਬਾਰੇ ਥੋੜ੍ਹਾ ਜਾਣਨਾ ਜ਼ਰੂਰੀ ਹੈ। ਉਹਦਾ ਜਿਹੜਾ ਪਰਿਵਾਰ ਸੀ ਨਾ, ਉਹਨਾਂ ਦਾ ਜਿਹੜਾ ਵਡੇਰਾ ਸੀਗਾ ਸ਼ਾਇਦ ਨਿਹਾਲ ਸਿੰਘ, ਸਰਦਾਰ ਨਿਹਾਲ ਸਿੰਘ, ਉਹਨੇ ਵਿਸਾਖੀ ਤੇ 10ਵੇਂ ਪਾਤਸ਼ਾਹ ਦੇ ਹੱਥੋਂ ਖੰਡੇ ਦੀ ਪੌੜ ਪ੍ਰਾਪਤ ਕੀਤੀ ਸੀ। ਉਸ ਮੌਕੇ ਜਦੋਂ ਖਾਲਸਾ ਸਾਜਿਆ, ਉੱਥੇ ਹਾਜ਼ਰ ਸੀ। ਉਸ ਤੋਂ ਬਾਅਦ ਇਸ ਖਾਨਦਾਨ 'ਚ ਲਗਾਤਾਰ ਰੀਤ ਬਣੀ ਰਹੀ ਕਿ ਇਹਨਾਂ ਦੇ ਪਰਿਵਾਰ ਦਾ ਘੱਟੋ ਘੱਟ ਜਿਹੜਾ ਵੱਡਾ ਮੈਂਬਰ ਹੁੰਦਾ ਸੀ, ਵੱਡਾ ਪੁੱਤ, ਉਹ ਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਅੰਮ੍ਰਿਤਪਾਨ ਕਰਦਾ ਸੀ। ਇਹ ਪਰੰਪਰਾ ਇਹਨਾਂ ਦੇ ਦਾਦਾ ਤੱਕ ਬਣੀ ਰਹੀ, ਸਰਦਾਰ ਅਰਜਨ ਸਿੰਘ ਤੱਕ। ਅਰਜਨ ਸਿੰਘ ਨੇ ਵੀ ਉੱਥੋਂ ਅੰਮ੍ਰਿਤ ਛਕਿਆ। ਪਰ ਇੰਨੇ ਨੂੰ ਪੰਜਾਬ ਦੇ ਵਿੱਚ ਆਰੀਆ ਸਮਾਜੀ ਲਹਿਰ ਆ ਗਈ, ਦਿਆਨੰਦ ਆ ਗਿਆ, ਤੇ ਉਹਨਾਂ ਨੇ ਬਕਾਇਦਾ ਸਰਗਰਮੀਆਂ ਸ਼ੁਰੂ ਕਰਤੀਆਂ। ਹੁਣ ਸਵਾਮੀ ਜਿਹਨੂੰ ਕਹਿੰਦੇ ਨੇ ਦਿਆਨੰਦ, ਉਹ ਗੁਜਰਾਤ ਦਾ ਸੀ। ਗੁਜਰਾਤ 'ਚੋਂ ਉਹਨੂੰ ਕੋਈ ਹੁੰਗਾਰਾ ਨਹੀਂ ਸੀ ਮਿਲਿਆ, ਉਹਨੂੰ ਹੁੰਗਾਰਾ ਪੰਜਾਬ 'ਚੋਂ ਮਿਲਿਆ, ਪੰਜਾਬ ਦੇ ਆਰੀਆ ਸਮਾਜੀ ਵਰਗ ਵੱਲੋਂ ਬਹੁਤ ਹੁੰਗਾਰਾ ਮਿਲਿਆ, ਜਿਵੇਂ ਉਹ ਤਾਂ ਕਿਸੇ ਤਲਾਸ਼ 'ਚ ਸੀ, ਮੌਕੇ ਦੀ ਉਡੀਕ 'ਚ ਸੀ। ਇਹਦੀਆਂ ਬੜੀਆਂ ਮਾਨਸਿਕ ਪਰਤਾਂ ਵੀ ਕੁਛ ਬੰਦਿਆਂ ਨੇ ਫਰੋਲੀਆਂ। ਕਿਉਂ? ਉਹਨਾਂ ਨੂੰ ਸਿੱਖੀ ਦੇ ਮੁਕਾਬਲੇ ਕੋਈ ਵੱਡੀ ਗੱਲ ਚਾਹੀਦੀ ਸੀ। ਆਰੀਆ ਸਮਾਜੀ, ਉਹਨਾਂ ਦੀ ਮਾਨਸਿਕ ਲੋੜ ਬਣੀ ਹੋਈ ਸੀ, ਉਹ ਲੋੜ ਉਹਨੇ ਪੂਰੀ ਕਰਤੀ। ਤੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸ਼ੁਰੂ ਦੌਰ ਦੇ ਵਿੱਚ ਇਕੱਲੇ ਹਿੰਦੂ ਨਹੀਂ, ਜਿਹੜੇ ਸਿੱਖਾਂ ਦੇ ਬਹੁਤ ਵੱਡੇ ਹਿੱਸੇ, ਬੜੇ ਚੰਗੇ ਹਿੱਸੇ, ਉਹ ਆਰੀਆ ਸਮਾਜ ਦੀਆਂ ਸਭਾ 'ਚ ਸ਼ਾਮਲ ਹੋਏ, ਆਗੂ ਸਭਾ 'ਚ ਵੀ ਹੋਏ। ਈਵਨ ਭਾਈ ਗੁਰਮੁਖ ਸਿੰਘ ਵਰਗੇ, ਭਾਈ ਦੱਤ ਸਿੰਘ ਵਰਗੇ, ਜਿਨ੍ਹਾਂ ਨੇ ਮੁੜ ਕੇ ਸਿੰਘ ਸਭਾ ਲਹਿਰ ਦੇ ਮੋਢੀ ਬਣੇ, ਉਹ ਇੱਕ ਮੌਕੇ ਦੇ ਉੱਤੇ ਆਰੀਆ ਸਮਾਜ ਦੇ ਬਹੁਤ ਤਕੜੇ ਪ੍ਰਚਾਰਕ ਸੀ। ਇਸੇ ਤਰ੍ਹਾਂ ਹੀ ਸਰਦਾਰ ਅਰਜਨ ਸਿੰਘ ਸੀ। ਇੰਨੇ ਨੂੰ ਉਹਦਾ ਗ੍ਰੰਥ ਆ ਜਾਂਦਾ ਸਤਿਆਰਥ ਪ੍ਰਕਾਸ਼, ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂਆਂ ਬਾਰੇ ਜੋ ਟਿੱਪਣੀਆਂ ਸੀਗੀਆਂ, ਉਹ ਸ਼ਰਧਾਵਾਨ ਸਿੱਖਾਂ ਲਈ ਬਰਦਾਸ਼ਤ ਕਰਨੀਆਂ ਔਖੀਆਂ ਸੀ। ਕਿਉਂਕਿ ਇਹ ਗੱਲ ਮੈਂ ਬਹੁਤ ਵਾਰ-ਵਾਰ ਲਿਆਂਦਾ, ਸਿੱਖ ਜਿੰਨਾ ਮਰਜ਼ੀ ਇੱਧਰ ਉੱਧਰ ਹੋ ਜੇ, ਮਨ 'ਚ ਗੁਰੂ ਦਾ ਪਿਆਰ ਤੇ ਸ਼ਰਧਾ ਸਤਿਕਾਰ ਉਹ ਇੰਟੈਕਟ ਰਹਿ ਜਾਂਦਾ ਫਿਰ ਵੀ, ਜਿਹਦੇ ਕਰਕੇ ਉਹ ਫਿਰ ਮੋੜ ਲਿਆਉਂਦਾ ਉਹਨੂੰ ਕਿਤੋਂ ਭਟਕੇ ਹੋਏ ਨੂੰ। ਉਹਦੇ ਨਾਲ ਸਾਰੀ ਤਕਰੀਬਨ ਬਹੁਤ ਵੱਡਾ ਹਿੱਸਾ ਮੁੜ ਕੇ ਆਇਆ। ਪਰ ਸਰਦਾਰ ਅਰਜਨ ਸਿੰਘ ਸ਼ਹੀਦ ਭਗਤ ਸਿੰਘ ਦਾ ਦਾਦਾ, ਉਹ ਮੁੜ ਕੇ ਨਹੀਂ ਆਇਆ। ਉਹਦੇ ਘਰੇ ਗੁਰੂ ਗ੍ਰੰਥ ਸਾਹਿਬ ਸੀ, ਪਹਿਲਾਂ ਪ੍ਰਕਾਸ਼ ਹੋਇਆ, ਗੁਰੂ ਗ੍ਰੰਥ ਸਾਹਿਬ ਉਹਨੇ ਚੁੱਕਿਆ ਨਹੀਂ ਘਰੋਂ, ਪਰ ਉਹ ਫਿਰ ਪ੍ਰਕਾਸ਼ ਜਾਂ ਉੱਥੇ ਮਰਿਆਦਾ ਕੋਈ ਨਹੀਂ ਰੱਖੀ, ਜਸਟ ਇੱਕ ਕਿਤਾਬ ਦੇ ਵਾਂਗੂ ਰੱਖਿਆ, ਮੱਥਾ ਟੇਕਣਾ ਬੰਦ ਕਰਤਾ, ਕਿਉਂਕਿ ਆਰੀਆ ਸਮਾਜ ਦਾ ਸੀ ਗਈ ਕਿ ਕੋਈ ਪੂਜਾ ਨਹੀਂ ਕਿਸੇ ਦੀ, ਬੁੱਤ ਪੂਜਾ ਨਹੀਂ ਕਰਨੀ।
ਇਸੇ ਕਰਕੇ ਸਿੱਖ ਗਏ ਸੀ। ਉਹ ਜਦੋਂ ਗੁਰੂਆਂ ਦੇ ਖਿਲਾਫ ਹੀ ਚੱਲ ਪਿਆ, ਉਹ ਜਿਹੜੇ ਸਿੱਖਾਂ ਦੇ ਅੰਦਰ ਸੀ ਕਣ, ਉਹ ਤਾਂ ਮੁੜਿਆ ਹੀ। ਪਰ ਸਰਦਾਰ ਅਰਜਨ ਸਿੰਘ ਉਹਦਾ ਬਹੁਤ ਵੱਡਾ ਸਪੋਰਟਰ ਤੇ ਪ੍ਰਚਾਰਕ ਬਣ ਗਿਆ। ਇਹ ਇਹਨਾਂ ਦੇ ਖਾਨਦਾਨ 'ਚ ਪਹਿਲੀ ਵਾਰ ਇਸ ਤਰ੍ਹਾਂ ਦੀ ਗੱਲ ਵਾਪਰੀ। ਉਦੋਂ ਪਹਿਲੀ ਸਾਰੀ ਪਰੰਪਰਾ, ਸਾਰੀ ਰੀਤ ਬੜੀ ਸ਼ਾਨਦਾਰ ਹੈ। ਤੇ ਉਹਦਾ ਕਿਤੇ ਨਾ ਕਿਤੇ ਅਸਰ ਸ਼ਹੀਦ ਭਗਤ ਸਿੰਘ 'ਤੇ ਸੀ ਬਚਪਨ 'ਚ। ਦਾਦੇ ਦਾ ਵੀ ਸੀ, ਪਰ ਉਹਦਾ ਅਜੇ ਅਸਰ ਖਤਮ ਨਹੀਂ ਸੀ ਹੋਇਆ। ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਇਹ ਉਦੋਂ ਛੋਟਾ ਹੀ ਸੀਗਾ, ਕਿਉਂਕਿ ਇਹਦਾ ਜਨਮ 1907 'ਚ ਹੋਇਆ ਹੈ। ਅਤੇ ਉਦੋਂ ਇਹ ਉੱਥੇ ਗਿਆ, ਕਿਤੇ ਬਾਅਦ 'ਚ ਗਿਆ, ਉੱਥੇ ਇਕੱਠ ਦੇਖਿਆ, ਉਹ ਜੰਡ ਦੇਖਿਆ, ਉਹ ਥਾਵਾਂ ਦੇਖੀਆਂ, ਉਹਦਾ ਮਨ 'ਤੇ ਅਸਰ ਹੋਇਆ। ਅਤੇ ਉਸ ਵੇਲੇ ਇੱਕ ਪੰਥਕ ਇਕੱਠ ਵੱਲੋਂ ਉੱਥੋਂ ਸੱਦਾ ਦਿੱਤਾ ਗਿਆ ਸੀ ਕਿ ਰੋਸ ਵਜੋਂ ਕਾਲੀਆਂ ਪੱਗਾਂ ਬੰਨ੍ਹੀਆਂ ਜਾਣ। ਅਤੇ ਸ਼ਹੀਦ ਭਗਤ ਸਿੰਘ ਨੇ ਕਾਲੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਸੀ। ਬਹੁਤ ਦੇਰ ਕਾਲੀ ਪੱਗ ਰੱਖੀ, ਅਤੇ ਇਹਨੇ ਤੇ ਇਹਦੀ ਭੈਣ ਅਮਰ ਕੌਰ ਨੇ ਗੁਰਮੁਖੀ ਸਿੱਖੀ। ਉਦੋਂ ਪਹਿਲਾਂ ਦੇ ਗੁਰਮੁਖੀ ਨਹੀਂ ਸੀ ਚੱਲਦੀ। ਗੁਰਮੁਖੀ ਬਹੁਤ ਘੱਟ ਚੱਲਦੀ ਸੀ, ਉਰਦੂ ਦੀ ਲਿਪੀ ਚੱਲੀ ਜਾਂਦੀ ਸੀ, ਜਿਹਨੂੰ ਸ਼ਾਹਮੁਖੀ ਕਹਿੰਦੇ ਆ, ਜਾਂ ਦੇਵਨਾਗਰੀ। ਇਹਨੇ ਗੁਰਮੁਖੀ ਲਿਪੀ ਸੀ। ਸੋ ਇਹਦੀਆਂ ਲਿਖਤਾਂ ਦੇ ਵਿੱਚ ਇਹਦੀ ਪਹਿਲੀ ਚਿੱਠੀ ਆਪਦੇ ਭਰਾ ਨੂੰ, ਨਾ ਚਾਚੀ ਨੂੰ, ਜਿਹੜਾ ਦਾ ਚਾਚਾ ਜੇਲ੍ਹ ਦੇ ਵਿੱਚ ਹੀ ਮਤਲਬ ਚਲਾਣਾ ਕਰ ਗਿਆ ਸੀ, ਸਵਰਨ ਸਿੰਘ, ਉਹਦੀ ਜਿਹੜੀ ਪਤਨੀ ਸੀਗੀ ਹੁਕਮ ਕੌਰ, ਉਹਨੂੰ ਚਿੱਠੀ ਲਿਖੀ। ਉਹ ਗੁਰਮੁਖੀ 'ਚ ਲਿਖੀ। ਉਹ ਸ਼ਬਦ ਜੋੜ ਵੀ ਅਜੇ ਨਹੀਂ ਪੂਰੇ ਆਉਂਦੇ ਸੀ। ਸੋ ਇਹ ਇੰਨੀ ਗੱਲ ਇਹਨਾਂ ਦੀ ਹੈ। ਫਿਰ ਇਹ ਹੈ, ਜਦੋਂ ਜਿਹੜੇ ਆਰੀਆ ਸਮਾਜੀ ਸੀ, ਉਹਨਾਂ ਨੇ ਫਿਰ ਆਪਦੀ ਆਰੀਆ ਸਮਾਜ 'ਚ ਭਰਤੀ ਵਾਸਤੇ ਉਹਨਾਂ ਨੇ ਵੀ ਆਪਦੀਆਂ ਕੋਈ ਸ਼ਰਤਾਂ ਸੀਗੀਆਂ। ਉਹ ਹਵਨ ਕਰਦੇ ਸੀ, ਅਤੇ ਉੱਥੇ ਜਿਹੜਾ ਹੈਗਾ ਮੁੰਡਨ ਕੀਤਾ ਜਾਂਦਾ ਸੀ ਬੱਚਿਆਂ ਦਾ, ਉਸ ਪਰਿਵਾਰ ਦੇ। ਸੋ ਨੈਚੁਰਲੀ ਸਰਦਾਰ ਅਰਜਨ ਸਿੰਘ ਨੇ ਵੀ ਆਪਣੇ ਪੋਤਿਆਂ ਦਾ ਉਹ ਮੁੰਡਨ ਕਰਨ ਦਾ ਯਤਨ ਕੀਤਾ। ਪਰ ਇਹਨਾਂ ਦੀ ਦਾਦੀ ਜਿਹੜੀ ਸੀ, ਉਹ ਇਸ ਗੱਲ ਦੇ ਉੱਤੇ ਡਟ ਕੇ ਖੜ ਗਈ, ਜਿਹਦਾ ਮਤਲਬ ਇਹ ਹੈ ਕਿ ਜਿਹੜਾ ਕੇਸ ਪ੍ਰੇਮ ਹੈ, ਉਹ ਅਜੇ ਹਿਰਦਿਆਂ 'ਚੋਂ ਮਰਿਆ ਨਹੀਂ ਸੀ। ਉਹ ਕਹਿੰਦਾ ਬਾਕੀ ਜੋ ਮਰਜ਼ੀ ਕਰ ਲੈਣ, ਦਾਦੀ ਨੇ ਕਿਹਾ, ਪਰ ਮੈਂ ਮੁੰਡਿਆਂ ਦਾ ਮੁੰਡਨ ਨਹੀਂ ਹੋਣ ਦੇਣਾ। ਸੋ ਉਹਨੇ ਉਦੋਂ ਇਹਨਾਂ ਦੇ ਕੇਸ ਬਚਾਏ, ਅਤੇ ਸ਼ਹੀਦ ਭਗਤ ਸਿੰਘ ਨੇ ਕੇਸ ਰੱਖੇ, ਪੱਗ ਬੰਨ੍ਹਦਾ ਸੀ, ਜਿਹੜੀ ਬੜੀ ਪ੍ਰਚਲਿਤ ਹੈ ਇਹਦੀ ਪੱਗ ਦਾ ਉਹ ਸਟਾਈਲ, ਜਿਹੜਾ ਉਦੋਂ ਚੱਲਦਾ ਸੀਗਾ। ਇਹ ਤਾਂ ਫਿਰ ਇਹਨੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ, ਜਦੋਂ ਅੰਡਰਗਰਾਊਂਡ ਹੋਇਆ, ਉਦੋਂ ਫਿਰ ਕਿਹੜੇ ਪ੍ਰਭਾਵ ਅਧੀਨ ਅਤੇ ਕਿਸ ਤਰੀਕੇ ਨਾਲ ਉਹ ਆਪਣਾ ਕੇਸ ਕਤਲ ਕਰਵਾਏ, ਉਹ ਅੱਗੇ ਆਪਾਂ ਗੱਲ ਕਰਾਂਗੇ। ਆਹ ਕੁਛ ਬੇਸਿਕ ਜੇ ਤੱਥ ਜਿਨ੍ਹਾਂ ਦਾ ਅਸਰ ਕਿਤੇ ਨਾ ਕਿਤੇ ਤੁਸੀਂ ਇਹਦੀਆਂ ਲਿਖਤਾਂ 'ਚੋਂ ਉਹਦੀਆਂ ਜਿਹੜੀਆਂ ਕੁਛ ਕੰਚ ਫਿਰ ਵੀ ਉਹ ਮਿਲਦੇ। ਪਰ ਉਹ ਜਦੋਂ ਦੂਜੀ ਵਿਚਾਰਧਾਰਾ ਗ੍ਰਹਿਣ ਕਰ ਲਈ ਨਾ ਇਹਨੇ, ਰਾਸ਼ਟਰਵਾਦ ਦੀ, ਆਰੀਆ ਸਮਾਜ ਨਾਲ ਦੈਟ ਵੇ ਨੇ ਸਮਝੌਤਾ ਨਹੀਂ ਕੀਤਾ, ਪਰ ਇਹਨੂੰ ਪਤਾ ਹੀ ਵੀ ਨਹੀਂ ਲੱਗਿਆ ਵੀ ਜਿਸ ਰਾਹ 'ਤੇ ਮੈਂ ਚੱਲ ਰਿਹਾ ਉਹ ਆਰੀਆ ਸਮਾਜ ਦਾ ਹੀ ਹੈ। ਅਤੇ ਬਹੁਤ ਮਸਲਿਆਂ 'ਤੇ ਪੋਜੀਸ਼ਨਾਂ ਆਰੀਆ ਸਮਾਜ ਵਾਲੀਆਂ ਲਈਆਂ। ਫਾਰ ਐਗਜ਼ਾਮਪਲ 1924-25 'ਚ ਜਾਂ 23-24 'ਚ, ਉਦੋਂ ਖਰੇ ਦੀ ਉਮਰ ਤਾਂ ਭਾਵੇਂ ਛੋਟੀ ਸੀ, ਪਰ ਇੱਕ ਲੇਖ ਮੁਕਾਬਲਾ ਕੀਤਾ ਸੀ ਪੰਜਾਬੀ ਹਿੰਦੀ ਸਾਹਿਤ ਸੰਮੇਲਨ ਨੇ। ਉਸ ਸੰਮੇਲਨ ਦਾ ਜਿਹੜਾ ਪ੍ਰਧਾਨ ਸੀ ਉਹ ਸੀ ਜੈਚੰਦ ਵਿਦਿਆਲੰਕਰ। ਜੈਚੰਦ ਵਿਦਿਆਲੰਕਰ ਇਹਨਾਂ ਦਾ ਲਾਹੌਰ ਕਾਲਜ ਦੇ ਵਿੱਚ ਟੀਚਰ ਸੀਗਾ, ਪੁਰਾਤਨ ਇਤਿਹਾਸ, ਐਂਸ਼ੀਅੰਟ ਹਿਸਟਰੀ ਦਾ। ਉਹਦਾ ਇਹਨਾਂ ਦੇ ਮਨਾਂ 'ਤੇ ਬਹੁਤ ਪ੍ਰਭਾਵ ਸੀ। ਉਹਨੇ ਇਹਨਾਂ ਨੂੰ ਨਾ ਖਿੱਚ ਕੇ ਅੰਗਰੇਜ਼ਾਂ ਦੇ ਖਿਲਾਫ ਵੀ, ਅਤੇ ਜਿਹੜੀ ਭਾਰਤੀ ਸੰਸਕ੍ਰਿਤੀ ਨਾਲ ਜੋੜਨ ਦਾ ਅਤੇ ਆਰੀਆ ਸਮਾਜੀ ਵਿਚਾਰਧਾਰਾ ਨਾਲ ਜੋੜਨ ਦਾ ਉਹ ਕੰਮ ਉਹਨੇ ਕੀਤਾ।
ਟੀਚਰ ਦਾ ਪ੍ਰਭਾਵ ਬਹੁਤ ਹੁੰਦਾ ਹੈ। ਦੂਜਾ ਟੀਚਰ ਸੀ ਭਾਈ ਪਰਮਾਨੰਦ, ਜਿਹੜਾ ਗਦਰ ਪਾਰਟੀ ਵਾਲਿਆਂ ਦੇ ਵੀ ਸੰਪਰਕ 'ਚ ਰਿਹਾ, ਪਰ ਕੱਟੜ ਆਰੀਆ ਸਮਾਜੀ ਸੀ। ਉਹ ਪੜ੍ਹਾਉਂਦਾ ਸੀ ਮਾਡਰਨ ਯੂਰਪੀਅਨ ਹਿਸਟਰੀ। ਉਹਨੇ ਉਹ ਪਾਣ ਚਾੜੀ ਵੀ ਰੈਵੋਲੂਸ਼ਨ ਕਰਨਾ ਕਿੰਨਾ ਜ਼ਰੂਰੀ ਹੈ, ਪਰ ਉਹ ਰੈਵੋਲੂਸ਼ਨ ਦਾ ਉਹਦਾ ਭਾਵ ਦੂਜਾ ਹੀ ਸੀ, ਜੋ ਅੱਜ ਕੱਲ੍ਹ RSS ਦਾ। ਸੋ ਇਹ ਦੋ ਟੀਚਰਾਂ ਦਾ, ਇੱਕ ਪੋਲੀਟੀਕਲ ਸਾਇੰਸ ਦਾ ਸੀ, ਉਹਦਾ ਮੈਂ ਹੁਣ ਨਾਮ ਭੁੱਲ ਗਿਆ। ਇਹ ਤਿੰਨ ਟੀਚਰਾਂ ਦਾ ਇਹਨਾਂ 'ਤੇ ਪ੍ਰਭਾਵ ਪਿਆ। ਇਹ ਇਕੱਲਾ ਨਹੀਂ, ਪੂਰਾ ਗਰੁੱਪ ਸੀਗਾ। ਵਾਹ। ਜਿਹੜਾ ਜੈਚੰਦ ਵਿਦਿਆ ਲੰਕਰ ਹੈ, ਜਿਹੜਾ ਪੰਜਾਬ ਹਿੰਦੀ ਸਾਹਿਤ ਸੰਮੇਲਨ ਦਾ ਪ੍ਰਧਾਨ ਸੀ, ਉਹਦੀ ਇਹ ਧਾਰਨਾ ਸੀਗਾ, ਉਹਨੇ ਲਿਖਿਆ ਇਹ ਕਿ ਮੇਰੇ ਕੋਲ ਇੱਕ ਵਾਰ ਇੱਕ ਬੰਦਾ ਆਇਆ ਅਤੇ ਉਹਨੇ ਸੁਝਾਅ ਦਿੱਤਾ ਵੀ ਜਿਹੜੀਆਂ ਹਿੰਦੂ ਇੱਟ ਹੈ, ਮੁਸਲਮਾਨ ਇੱਟ ਹੈ, ਇਹ ਇੱਟਾਂ ਸਾਰੀਆਂ ਇਕੱਠੀਆਂ ਕਰਕੇ ਇੱਕ ਸਾਂਝੀ ਕੰਧ ਕਿਉਂ ਨਾ ਗੱਡੀ ਜਾਵੇ। ਉਹ ਕਹਿੰਦਾ, ਮੈਂ ਉਹਨੂੰ ਕਿਹਾ ਬਈ ਇੱਟਾਂ ਅੱਡ ਅੱਡ ਵੀ ਕਿਉਂ ਨਾ ਚੂਰਾ ਕਰਕੇ ਇੱਕੋ ਇੱਟ ਬਣਾਈ ਜਾਵੇ। ਉਹਦੇ ਵਿਚਾਰ ਇਹ ਸੀ ਕਿ ਟੋਟਲ ਯੂਨੀਫਾਰਮਿਟੀ, ਇਕਸਾਰਤਾ, ਜਿਹਨੂੰ ਆਪਾਂ ਸੌਖੇ ਸ਼ਬਦਾਂ 'ਚ ਦੱਸਣਾ ਹੋਵੇ, ਜਿਵੇਂ ਇੱਕ ਤਾਂ ਹੁੰਦਾ ਸਲਾਦ 'ਚ ਕਿੰਨੀਆਂ ਆਈਟਮਸ ਪਈਆਂ ਹੁੰਦੀਆਂ, ਪਰ ਹਰ ਇੱਕ ਦੀ ਇੱਕ ਹੋਂਦ ਅਤੇ ਹਸਤੀ ਹੈ, ਅਤੇ ਉਹ ਰਲ ਕੇ ਕੋਈ ਉਹਦਾ ਜਾਇਕਾ ਬਣਦਾ ਹੈ, ਤਾਂ ਹੀ ਉਹ ਸਲਾਦ ਹੈ। ਉਹਦੇ 'ਚ ਕਿਸੇ ਦੀ ਹੋਂਦ ਰਗੜੀ ਨਹੀਂ ਜਾਂਦੀ, ਕਾਇਮ ਰਹਿੰਦੀ ਹੈ। ਇੱਕ ਹੁੰਦੀ ਹੈ ਵੀ ਤੁਸੀਂ ਸਾਰਿਆਂ ਨੂੰ ਮਿਕਸੀ 'ਚ ਪਾ ਲਓ ਅਤੇ ਚਟਨੀ ਬਣਾ ਦਿਓ, ਜਿਵੇਂ ਆਪਾਂ ਚਟਨੀ ਬਣਾਉਂਦੇ ਹਾਂ। ਹੁਣ ਚਟਨੀ ਦੇ ਵਿੱਚ ਕਿਸੇ ਦੀ ਵੀ ਤੁਸੀਂ ਉਹਦੇ 'ਚ ਨਹੀਂ ਫਿਰ ਰਹਿ ਜਾਂਦਾ ਵੀ ਆਹ ਵੀ ਪਈ, ਆਹ ਵੀ ਪਿਆ। ਉਹਦੇ 'ਚ ਫਿਰ ਉਹ ਚਟਨੀ ਦੀ ਜਿਹੜੀ ਪਛਾਣ ਬਣੂ, ਜਿਹੜਾ ਉਹਦੇ 'ਚ ਮੇਜਰ ਅੰਸ਼ ਹੈ। ਆਪਾਂ ਕਹਿੰਦੇ ਪੁਦੀਨੇ ਦੀ ਚਟਨੀ, ਪਿਆ ਤਾਂ ਉਹਦੇ 'ਚ ਧਨੀਆ ਵੀ ਹੋਊ, ਹੋਰ ਕੁਛ ਵੀ ਪਿਆ, ਗੰਢੇ ਵੀ ਪਏ ਹੋਣਗੇ, ਹੋਰ ਬੜਾ ਕੁਛ ਅੱਜ ਕੱਲ੍ਹ ਪੈਂਦਾ ਹੈ। ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਗੰਢਿਆਂ ਦੀ ਚਟਨੀ, ਅੰਬ ਦੀ ਚਟਨੀ। ਸੋ ਚਟਨੀ ਉਹੀ ਹੋ, ਉਹਦਾ ਜਿਹੜਾ ਉਹਦੀ ਪਛਾਣ ਉਹਦੇ ਮੇਜਰ ਤੋਂ, ਪੱਖ ਤੋਂ। ਇਹ ਇੱਕ ਫਰਕ ਹੈ। ਸੋ ਜੈਚੰਦ ਵਿਦਿਆ ਲੰਕਰ ਦੀ ਆਹ ਮੱਤ ਸੀ ਵੀ ਇੱਟਾਂ ਅੱਡ ਅੱਡ ਨਾ ਰੱਖੋ, ਚੂਰਾ ਬਣਾਓ। ਉਹ ਚੂਰਾ ਬਣ ਕੇ ਜੋ ਇੱਟ ਬਣੂ, ਉਹ ਪਤਾ ਹੀ ਉਹ ਹਿੰਦੂ ਪਛਾਣ ਵਾਲੀ ਇੱਟ ਹੀ ਬਣੂਗੀ। ਉਹ ਨਿਊਟਰਲ ਚਟਨੀ ਨਹੀਂ ਹੋਊ। ਇਹ ਉਸ ਟੀਚਰ ਦਾ ਇਹ 'ਤੇ ਪ੍ਰਭਾਵ ਸੀ। ਉਹਨੇ ਕੀ ਕੀਤਾ ਵੀ ਉਹਨੇ ਨਾ ਲੇਖ ਮੁਕਾਬਲਾ ਕਰਵਾਇਆ 24-25 'ਚ ਜਾਂ 23-24 'ਚ। ਉਹਦੇ 'ਚ ਲੇਖ ਮੰਗੇ ਕਿ ਭਾਰਤ ਵਿੱਚ ਭਾਸ਼ਾ ਦਾ ਮਸਲਾ। ਉਹ ਲੇਖ ਸ਼ਹੀਦ ਭਗਤ ਸਿੰਘ ਨੇ ਵੀ ਲਿਖਿਆ, ਭਾਵੇਂ ਉਮਰ ਛੋਟੀ ਸੀ ਅਜੇ। ਇਹਦਾ ਲੇਖ ਪਹਿਲੇ ਨੰਬਰ 'ਤੇ ਆਇਆ, ਅਤੇ ਉਹ ਜੈਚੰਦ ਨੂੰ ਬਹੁਤ, ਵਿਦਿਆ ਲੰਕਰ ਨੂੰ ਤਾਂ ਨੈਚੁਰਲੀ ਪਸੰਦ ਆਉਣਾ ਸੀ। ਉਹਨੇ ਉਹ ਸੰਭਾਲ ਕੇ ਰੱਖਿਆ। ਫਿਰ ਇਹਦੀ ਫਾਂਸੀ ਤੋਂ 2 ਸਾਲ ਬਾਅਦ ਉਹਨੂੰ ਇੱਕ ਹਿੰਦੀ ਦਾ ਪੇਪਰ ਸੀ, ਕੌਮੀ ਸੰਦੇਸ਼ ਜਾਂ ਸਮਥਿੰਗ ਲਾਈਕ ਦੈਟ, ਜਿਹਨੂੰ ਉਹ ਆਪ ਐਡਿਟ ਕਰਦਾ ਸੀ, ਉਹਦੇ ਛਾਪਿਆ। ਤਾਂ ਉਹ ਲੇਖ ਲੋਕਾਂ ਸਾਹਮਣੇ ਆਇਆ। ਉਸ ਲੇਖ ਦੇ ਵਿੱਚ ਇਹ ਜੋ ਗੱਲਾਂ ਕੀਤੀਆਂ ਇਹਨੇ, ਉਹ ਇਹਨਾਂ ਸਾਰਿਆਂ ਦੀ ਇਹੀ ਸਮਝ ਸੀਗੀ ਕਿ ਇੱਕ ਦੇਸ਼, ਇੱਕ ਲਿਪੀ, ਇੱਕ ਭਾਸ਼ਾ, ਕੌਮ ਤਾਂ ਬਣੂ। ਇਹ ਆਪਾਂ ਹੁਣ ਅੱਜ ਕੱਲ੍ਹ ਨੈਸ਼ਨਲਿਜ਼ਮ ਬਾਰੇ, ਰਾਸ਼ਟਰਵਾਦ ਬਾਰੇ ਬਹੁਤ ਕੁਛ ਕਹਿ ਚੁੱਕੇ ਹਾਂ ਵੀ ਉਹ ਇਕਸਾਰਤਾ ਕਿਵੇਂ ਲਿਆਉਂਦੇ ਆ। ਮੋਦੀ ਇਹੀ ਕੁਛ ਕਰ ਰਿਹਾ ਨਾ। ਸੋ ਸ਼ਹੀਦ ਭਗਤ ਸਿੰਘ ਨੇ ਵਕਾਲਤ ਕੀਤੀ ਸੀ ਕਿ ਅਜੇ ਇੱਕ ਭਾਸ਼ਾ ਤਾਂ ਨਹੀਂ ਬਣ ਸਕੂ, ਪਰ ਪਹਿਲਾ ਸਟੈਪ ਇਹ ਚੁੱਕੀਏ ਵੀ ਲਿਪੀ ਦੇਵਨਾਗਰੀ ਕਰ ਲਓ, ਗੁਰਮੁਖੀ ਦੀ ਬਜਾਏ। ਉਹਦੇ 'ਚ ਉਹਦੇ ਗੁਰਮੁਖੀ ਬਾਰੇ ਮਤਲਬ ਜੋ ਵਿਚਾਰ ਨੇ, ਇੰਨੇ ਕੱਚ ਘੜ ਅਤੇ ਅਣਜਾਣਤਾ, ਉਹ ਜੇ ਕਹੂੰ ਤਾਂ ਮੈਂ ਪੜ੍ਹ ਕੇ ਸੁਣਾ ਦਿੰਦਾ, ਵੈਸੇ ਸਮਾਂ ਬਰਬਾਦ ਕਰਨਾ, ਪਰ ਉਹਦਾ ਇੱਕ ਲੇਖ ਹੀ ਹੈ ਪੰਜਾਬ, ਉਹੀ ਜਿਹੜਾ ਲੇਖ ਅੱਬਲ ਆਇਆ ਨਾ, ਉਸ ਦੇ ਵਿੱਚ ਇਹਨੇ ਉਹ ਸਾਰਾ ਦਿੱਤਾ ਹੋਇਆ ਹੈ।
ਉਹ ਕਹਿੰਦਾ ਵੀ ਇਹ ਪੂਰਨ ਲਿਪੀ, ਇਹਦੇ 'ਚ ਕੁਝ ਗੱਲਾਂ ਕਹੀਆਂ ਹੀ ਨਹੀਂ ਜਾ ਸਕਦੀਆਂ, ਸ਼ਬਦ ਉਚਾਰੇ ਹੀ ਨਹੀਂ ਜਾ ਸਕਦੇ, ਇਹ ਤਾਂ ਅਪੂਰਨ ਹੈ। ਸੋ ਗੁਰਮੁਖੀ ਤੇ ਅੜਨਾ ਇਹ ਇੱਕ ਮਜ਼੍ਹਬੀ ਜਾਂ ਫਿਰਕੂ ਗੱਲ ਹੈ, ਜਿਹੜੀ ਅੱਜ ਤੱਕ ਕਾਮਰੇਡ ਜੀ ਤੇ ਡਟ ਕੇ ਪੈਰਾ। ਹੁਣ ਉੱਥੇ ਸ਼ਹੀਦ ਭਗਤ ਸਿੰਘ ਨੂੰ ਮੈਂ ਐਡਾ ਦੋਸ਼ੀ ਨਹੀਂ ਮੰਨਦਾ, ਉਹ ਤਾਂ ਅਜੇ ਸਖਾਂਦਰੂ ਹੈ, ਉਹ ਤਾਂ ਸਿੱਖ ਪਹਿਲਾ ਕਦਮ ਪੁੱਟ ਰਿਹਾ ਇੱਧਰ ਨੂੰ। ਚੱਲ ਕਿੰਨਾ ਕੁ ਸਿੱਖਿਆ ਗਾਹਾਂ, ਕਿੰਨਾ ਕੁ ਨਹੀਂ, ਅਜੇ ਸਮਾਂ ਬਹੁਤਾ ਨਹੀਂ ਸੀ ਮਿਲਿਆ। ਨਾਲੇ ਆਪਾਂ ਕੁਛ ਨਹੀਂ ਕਹਿ ਸਕਦੇ, ਹੋ ਸਕਦਾ ਇੰਨਾ ਨੂੰ ਹੀ ਬਣ ਜਾਂਦਾ ਜੇ ਬਚ ਰਹਿੰਦਾ, ਪਰ ਦੋਵੇਂ ਸੁਭਾਵਨਾਵਾਂ ਹੁੰਦੀਆਂ ਬੰਦੇ 'ਚ, ਆਪਾਂ ਦੇਖ ਲਿਆ। ਉਹਦਾ ਮਤਲਬ ਇਹ ਸੀਗਾ, ਇਹ ਤੇ ਆਪਾਂ ਬਹੁਤਾ ਮੈਂ ਇਹ ਤੇ ਪਹਿਲਾਂ ਲਿਖ ਵੀ ਚੁੱਕਿਆ ਕਾਫੀ ਤੇ ਬੋਲ ਵੀ ਚੁੱਕਿਆ। ਇੱਕ ਦੇਸ਼, ਇੱਕ ਭਾਸ਼ਾ, ਇੱਕ ਲਿਪੀ, ਉਹਦੀ ਡਟ ਕੇ ਨੇ ਪ੍ਰੋੜਤਾ ਕੀਤੀ। ਉਹਦੇ ਵਿੱਚ ਚਲੋ ਇੱਥੋਂ ਤੱਕ ਤਾਂ ਕੋਈ ਕੀਤੀ ਗੱਲ। ਫਿਰ ਸਿੱਖੀ ਬਾਰੇ, ਗੁਰੂਆਂ ਬਾਰੇ ਜਿਸ ਕਿਸਮ ਦੀ ਇਹਨੇ ਇੰਟਰਪ੍ਰੀਟੇਸ਼ਨ ਕੀਤੀ, ਗੁਰਬਾਣੀ ਬਾਰੇ, ਉਹ ਹੁਣ ਉਦੋਂ ਇਹਨੂੰ ਕੁਛ ਵੀ ਨਹੀਂ ਸੀ ਪਤਾ, ਪਰ ਉਹਦੇ 'ਚੋਂ ਇਹਦਾ ਸ਼ਖਸੀਅਤ ਦਾ ਇੱਕ ਪੱਖ ਉਗੜਦਾ। ਜਿਹੜੇ ਸਾਰੇ ਬੰਦੇ ਮੈਂ ਇਹਦੇ ਸਾਰੇ ਨਾਲ ਦੇ ਸਾਥੀਆਂ ਦਾ ਪੜ੍ਹ ਲਿਆ, ਜਿਨ੍ਹਾਂ ਨੇ ਇਹਦੇ ਨਾਲ ਵਿਚਰੇ ਜਾਂ ਕੰਮ ਕੀਤਾ, ਉਹਨਾਂ 'ਚ ਦੋ ਤਿੰਨ ਗੱਲਾਂ ਸਭ ਦੀਆਂ ਸਾਂਝੀਆਂ। ਇੱਕ ਤਾਂ ਵੀ ਇਹ ਕਾਲਾ ਬਹੁਤ ਸੀ, ਤੇ ਦੂਜਾ ਇਹ ਹੈ ਵੀ ਬਹੁਤ ਜਨੂਨ ਸੀ ਇਹਨੂੰ, ਉਹ ਤਾਂ ਪਤਾ ਹੀ ਹੈ। ਤੇ ਫਿਰ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਨਾ ਕਾਲਾ ਤੇ ਜਨੂਨੀ, ਉਹ ਕੱਚ ਕਾਰਡ ਆਧਾਰ 'ਤੇ ਉਹਦੇ ਬਾਰੇ ਵੀ ਲਿਖ, ਉਹਦੇ ਬਾਰੇ ਵੀ ਲਿਖ, ਉਹਦੇ ਬਾਰੇ ਵੀ ਲਿਖ। ਮੈਂ ਉਹਦੀਆਂ ਸਾਰੀਆਂ ਲਿਖਤਾਂ ਪੜ੍ਹੀਆਂ ਟੁੱਟ, ਇੰਨੇ ਵਿਸ਼ੇਸ਼ ਹੋ ਗਏ ਨੂੰ, ਮਤਲਬ ਹੈਰਾਨੀ ਹੁੰਦੀ ਹੈ। ਸਾਹਿਤ ਤੋਂ ਲੈ ਕੇ, ਰਾਜਨੀਤੀ ਤੋਂ ਲੈ ਕੇ, ਧਰਮ ਤੋਂ ਲੈ ਕੇ, ਭਾਸ਼ਾ ਤੋਂ ਲੈ ਕੇ, ਹਰ ਕਿਸਮ ਦੇ, ਤੇ ਸਾਰਿਆਂ 'ਤੇ ਪੂਰੇ ਕੌਨਫੀਡੈਂਸ ਨਾਲ ਬੋਲਦਾ, ਜੋ ਅੱਜ ਤੁਸੀਂ ਕਾਮਰੇਡਾਂ ਨੂੰ ਦੇਖ ਸਕਦੇ ਹੋ। ਸੋ ਇਹ ਜਿਹੜਾ ਹੁੰਦਾ ਨਾ ਇੱਕ ਵਧਮਾ ਆ ਜਾਣਾ ਨਾ, ਵਿਸ਼ਵਾਸ ਆਪਦੇ ਆਪ 'ਤੇ, ਇਹ ਇਹਦੇ 'ਚ ਪਹਿਲਾਂ ਤੋਂ ਸੀਗਾ। ਇਹਦੇ 'ਚ ਮੈਂ ਤੁਹਾਨੂੰ ਨਾ ਕੁਛ ਕੁ ਮੈਂ ਚਾਹੂੰਗਾ ਜੇ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂ। ਇਹ ਕਹਿੰਦਾ ਵੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਆਉਂਦਾ। ਗੁਰੂ ਗੋਬਿੰਦ ਸਿੰਘ ਦੇ ਉਪਦੇਸ਼ ਵਿੱਚ ਕਸ਼ੱਤਰੀ ਧਰਮ ਦਾ ਭਾਵ ਪਾਉਂਦੇ ਹਨ। ਭਾਰਤੀ ਅਤੇ ਕਸ਼ੱਤਰੀ ਧਰਮ ਦਾ, ਭਗਤੀ ਅਤੇ ਕਸ਼ੱਤਰੀ ਧਰਮ ਦਾ ਮੇਲ ਕਰਕੇ ਸਿੱਖ ਸਮੁਦਾਇ ਨੂੰ ਭਗਤਾਂ ਤੇ ਯੋਧਿਆਂ ਦਾ ਇਕੱਠ ਬਣਾ ਦਿੱਤਾ। ਆਹ ਖਾਲਸਾ ਸੱਚ ਹੈ, ਕਸ਼ੱਤਰੀ ਧਰਮ ਦਾ। ਹੁਣ ਕਈ ਬੰਦੇ ਤੇ ਫਿਰ ਬੋਲਣਗੇ ਵੀ ਦੇਖਿਆ, ਪਰ ਇਹਨੇ ਇਹ ਜਿਹੜੇ ਵਿਚਾਰ ਲਏ ਨਾ, ਇਹ ਜਿਹੜਾ ਸੀਗਾ ਨਾ ਲਾਲਾ ਦੌਲਤ ਰਾਏ, ਇਹ ਉਹਦੀ ਕਿਤਾਬ 'ਚੋਂ, ਤੇ ਉਹ ਲਾਲਾ ਦੌਲਤ ਰਾਏ ਦੀ ਕਿਤਾਬ ਸਾਡੇ ਸਾਰੇ ਗੁਰੂ ਘਰਾਂ 'ਚ, ਵਿਦੇਸ਼ਾਂ 'ਚ ਤਾਂ ਮੈਂ ਦੇਖਿਆ ਪੇਟੀਆਂ ਨੇ ਪੇਟੀਆਂ ਲਿਆ ਕੇ ਮੁਫਤ ਵੰਡੀਆਂ ਜਾ ਰਹੀਆਂ। ਤੇ ਫੈਡਰੇਸ਼ਨ ਨੇ, ਪੀਰ ਮੁਹੰਮਦ ਤੇ ਗਰੇਵਾਲ ਹੋਰਿਆਂ ਨੇ, ਜਦੋਂ ਪਟਨਾ ਸਾਹਿਬ ਗਿਆ ਸੀਗਾ ਆਪਣਾ ਮਾਰਚ, ਕਿਹੜਾ ਦਿਨ ਸੀਗਾ, ਉਹਦੇ ਤੇ ਸਾਰੇ ਮਾਰਚ 'ਚ ਮੁਫਤ ਵੰਡੀਆਂ ਹੈ, ਹਿੰਦੀ 'ਚ ਵੀ, ਪੰਜਾਬੀ 'ਚ ਵੀ, ਅੰਗਰੇਜ਼ੀ 'ਚ ਵੀ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਤੁਸੀਂ ਕਿਸੇ ਵੀ ਗੁਰਦੁਆਰਿਆਂ 'ਚ ਦੇਖ ਲਓ। ਇਹ ਹੁਣ ਇਕੱਲੇ ਭਗਤ ਸਿੰਘ ਦਾ ਦੋਸ਼ ਥੋੜ੍ਹਾ, ਉਹ ਤਾਂ ਉਦੋਂ ਸਖਾਂਦਰੂ ਸੀਗਾ, ਕੁਛ ਵੀ ਨਹੀਂ ਸੀ ਉਹਨੂੰ ਪਤਾ। ਇਹ ਤਾਂ ਗੁਰਦੁਆਰਿਆਂ ਦੇ ਲੀਡਰ ਨੂੰ, ਕੌਮ ਦੇ ਲੀਡਰ, ਰਫਦੋਮਨ ਸਿੰਘ ਮਲਕ ਦੀ ਹੁਣ ਤਾਂ ਚਲੋ ਉਹਦੀ ਹੱਤਿਆ ਹੋ ਗਈ, ਉਹ ਇਹਦਾ ਮੇਨ ਡਿਸਟਰੀਬਿਊਟਰ 1978 ਤੋਂ ਲੈ ਕੇ ਲਗਾਤਾਰ ਇੰਨੀਆਂ ਐਡੀਸ਼ਨਾਂ ਹੋਰ ਕਿਸੇ ਕਿਤਾਬ ਦੀਆਂ ਨਹੀਂ ਛਪੀਆਂ। ਸੋ ਭਗਤ ਸਿੰਘ ਤੇ ਨਾ ਟਿਕੋ ਵੀ ਜਿਵੇਂ ਉਹ ਨਹੀਂ ਸਾਰਾ ਕਰ, ਇਹ ਮਸਲਾ ਵੱਡਾ ਹੈ। ਜਿਹੜਾ ਸਿੱਖੀ ਦਾ ਹਿੰਦੂਕਰਨ ਹੋਇਆ ਨਾ, ਇਹ ਬਹੁਤ ਵੱਡਾ ਮਸਲਾ ਹੈ।
ਸੋ ਇਹਨੇ ਇਹ ਇਸ ਤਰ੍ਹਾਂ ਦਾ ਕੰਮ ਕੀਤਾ ਹੈ। ਬਾਕੀ ਗੁਰਬਾਣੀ ਬਾਰੇ ਜੇ ਤੁਸੀਂ ਉਹਦੇ ਉਸ ਲੇਖ ਦੇ ਵਿੱਚੋਂ ਜਿਹੜਾ ਭਾਸ਼ਾ ਦਾ ਮਸਲਾ ਹੈ, ਉਹਨੂੰ ਇਹ ਵੀ ਨਹੀਂ ਪਤਾ ਕਿਹੜੀ ਬਾਣੀ ਕਿਹੜੇ ਗੁਰੂ ਦੀ ਹੈ, ਪਰ ਪੂਰੇ ਕੌਨਫੀਡੈਂਸ ਨਾਲ ਦੇਈ ਜਾਂਦਾ ਆਪਦੇ ਹਿਸਾਬ ਨਾਲ ਉਹਦੀ ਵਿਆਖਿਆ ਕਰਕੇ। ਇਹ ਸਿਖਾਂਦਰੂ ਹਰ ਬੰਦੇ ਦੇ ਐਂ ਹੁੰਦਾ। ਚਲੋ ਮੇਰੀਆਂ ਨਜ਼ਰਾਂ 'ਚ ਓਡਾ ਦੋਸ਼ੀ ਇਸ ਆਧਾਰ 'ਤੇ ਨਹੀਂ, ਇਹ ਪਹਿਲੇ ਲੇਖ ਦੇ ਆਧਾਰ 'ਤੇ ਇਹ ਸਟੇਜਾਂ 'ਚੋਂ ਲੰਘਦੇ ਆ ਬੰਦੇ, ਅਜੇ ਉਹ ਲੰਘਣਾ ਸੀ ਉਸ ਸਟੇਜ 'ਚੋਂ। ਪਰ ਤਰਸ ਉਹਨਾਂ 'ਤੇ ਆਉਂਦਾ ਜਾਂ ਵੱਧ ਗੁੱਸਾ ਉਹਨਾਂ 'ਤੇ ਹੈ ਜਿਹੜੇ ਅੱਜ ਪੂਰੇ ਮੈਚਿਓਰ ਹੋ ਚੁੱਕੇ ਨੇ, ਇੰਨੇ ਪੜ੍ਹੇ ਲਿਖੇ ਸਮਝਦੇ ਨੇ, ਮਤਲਬ ਮਾਰ ਤੇਰੇ ਦੀ ਜਿਹੜੇ ਖੱਬੇ ਪੱਖੀ ਹੈ, ਜਾਂ ਜਿਹੜੇ ਬੰਦੇ ਅੱਜ ਉਹਦੇ ਉਪਾਸ਼ਕ ਬਣੇ ਹੋਏ ਨੇ, ਕਦੇ ਉਹਦੇ ਵਰਗੀਆਂ ਪੱਗਾਂ ਬੰਨ੍ਹ ਕੇ, ਕਦੇ ਕਿਵੇਂ ਕਦੇ ਕਿਵੇਂ। ਉਹਨਾਂ ਨੇ ਪੜ੍ਹਿਆ ਤੇ ਉਹਨੂੰ ਪੜ੍ਹ ਕੇ ਹੀ ਪਤਾ ਨਹੀਂ ਲੱਗਣਾ, ਹਾਲਤ ਇਹ ਹੈ। ਸੋ ਭਗਤ ਸਿੰਘ ਤਾਂ ਚਲੋ ਸਿਖਾਂਦਰੂ ਕਹਿ ਲਾਂਗੇ, ਇਹ ਜਿਹੜੇ ਆਪਦੇ ਆਪ ਨੂੰ ਅੱਜ ਬਹੁਤ ਵਿਦਵਾਨ ਸਮਝਦੇ ਕਾਲਜਾਂ ਦੇ ਵੱਡੇ, ਉਹਨਾਂ ਦੀ ਇਸ ਮਸਲੇ ਬਾਰੇ ਦੱਸੋ ਕੀ ਸਮਝ ਹੈ। ਫਿਰ ਉਹਨੇ ਸਰਾਬੇ ਬਾਰੇ, ਗਦਰੀਆਂ ਬਾਰੇ ਦੇਖੋ, ਇੱਕ ਪੱਖ ਜਿਹੜਾ ਮੈਂ ਮੰਨ ਕੇ ਚੱਲੋ, ਉਹਦੇ ਮਨ 'ਚ ਜਿਹੜੇ ਗਦਰੀ ਸ਼ਹੀਦ ਹੈ ਬੱਬਰ ਨੂੰ, ਇਹਨਾਂ ਸਾਰਿਆਂ ਪ੍ਰਤੀ ਬਹੁਤ ਸਤਿਕਾਰ ਅਤੇ ਸ਼ਰਧਾ ਸੀ। ਇਹ ਹਰ ਇੱਕ ਨੇ ਲਿਖਿਆ, ਜਿਹਨੇ ਬੰਦਿਆਂ ਨੇ ਇਹ ਲਿਖਿਆ ਵੀ ਜਦੋਂ ਉਹ ਗਦਰੀਆਂ ਦੀ ਗੱਲ ਕਰਦਾ ਸੀ, ਉਹਦਾ ਚਿਹਰੇ 'ਤੇ ਜਲਾਲ ਦੇਖਣ ਵਾਲਾ ਹੁੰਦਾ ਸੀ, ਇੰਨਾ ਇੰਸਪਾਇਰਡ ਸੀ। ਕਰਤਾਰ ਸਿੰਘ ਸਰਾਭੇ ਬਾਰੇ ਤਾਂ ਸਭ ਨੂੰ ਪਤਾ ਵੀ ਫੋਟੋ ਰੱਖਦਾ ਸੀਗਾ, ਇੰਨਾ ਉਹਨਾਂ ਤੋਂ ਉਹ ਇੰਸਪਾਇਰਡ ਸੀ। ਪਰ ਉਹੀ ਗੱਲ ਕਿ ਉਹਨਾਂ ਦੀ ਕੱਚ ਘੜ ਵਿਆਖਿਆ ਫਿਰ ਦੇਣੀ ਹੈ। ਸਾਰਿਆਂ ਬਾਰੇ ਲਿਖਿਆ, ਗਦਰ ਲਹਿਰ ਬਾਰੇ, ਗਦਰੀਆਂ ਬਾਰੇ, ਬੱਬਰ ਅਕਾਲੀ ਲਹਿਰ ਬਾਰੇ, ਕੂਕਾ ਲਹਿਰ ਬਾਰੇ, ਕਿਹੜੀ ਗੱਲ ਹੈ ਜੀ ਤੇ ਨਹੀਂ ਲਿਖਿਆ। ਹੁਣ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਸ਼ਹੀਦੀ ਹੈ ਉਹ 'ਤੇ ਲਿਖਿਆ ਉਹਨੇ, ਕਹਿੰਦਾ ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਉਹ ਫਾਂਸੀ ਦੇ ਤਖਤੇ 'ਤੇ ਝੂਲ ਪਏ। ਹੁਣ ਸਰਾਭੇ ਦੇ ਮੂੰਹ 'ਚ ਭਾਰਤ ਮਾਤਾ ਦੀ ਜੈ ਪਾ ਦਿੱਤੀ, ਹੋਰ ਕੋਈ ਨਹੀਂ ਕਹਿੰਦਾ। ਜਿੰਨੇ ਅੱਜ ਕੱਲ੍ਹ ਦੇਸ਼ ਭਗਤਾਂ ਦੇ ਬਹੁਤ ਬਣੇ ਹੋਏ ਨੇ ਨਾ, ਬਰਿਆਮ ਸੰਧੂ ਨੇ ਪੂਰੀ ਕਿਤਾਬ ਲਿਖੀ ਹੈ ਤੇ ਕਰਤਾਰ ਸਿੰਘ ਸਰਾਭੇ 'ਤੇ, ਕਿਤੇ ਨਹੀਂ ਕਿਹਾ ਵੀ ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਉਹਦੇ ਨਾਲ ਦੇ ਕਿੰਨੇ ਬੰਦੇ ਗਦਰੀ ਬਾਬੇ ਬਾਅਦ ਦੇ ਵਿੱਚ ਜਿਉਂਦੇ ਰਹੇ, ਕਿਸੇ ਨੇ ਨਹੀਂ ਕਿਹਾ। ਇਹ ਉਪੱਦਰ ਹੁੰਦਾ ਹੈ ਵੀ ਤੁਸੀਂ ਦੂਜੇ ਨੂੰ ਆਪਦੀ ਵਿਚਾਰਧਾਰਾ ਦੇ ਸ਼ੀਸ਼ਿਆਂ 'ਚੋਂ ਦੇਖ ਕੇ ਉਸ ਤਰ੍ਹਾਂ ਪੇਸ਼ ਕਰਦੇ ਹੋ। ਇਹ ਸਾਰੇ ਕਰਦੇ, ਜਿੰਨੇ ਵੀ ਜਨੂੰਨੀ ਅਤੇ ਕੱਟੜ ਅਤੇ ਰਿਜਡ ਮਾਈਂਡ ਵਾਲੇ ਬੰਦੇ ਹੋਣਗੇ ਨਾ, ਉਹਨਾਂ ਦੀ ਇਹ ਪ੍ਰੋਬਲਮ ਸਭ ਦੀ ਸਾਂਝੀ ਹੈ। ਫਿਰ ਤੁਸੀਂ ਲਾਲਾ ਲਾਜਪਤ ਰਾਏ, ਹਾਂ, ਪਹਿਲੀ ਗੱਲ ਤਾਂ ਭਾਸ਼ਾ ਦਾ ਮਸਲਾ। ਦੂਜੀ ਗੱਲ, ਰਾਸ਼ਟਰਵਾਦ ਬਾਰੇ ਆਪਾਂ ਨੂੰ ਬਹਿਸ ਕਰਨ ਦੀ ਲੋੜ ਨਹੀਂ, ਦੱਸਣ ਦੀ ਵੀ ਲੋੜ ਨਹੀਂ, ਪੱਕਾ ਸ਼ੁਦਾਈ ਸੀ ਇਸ ਗੱਲ ਦਾ। ਇੱਥੇ ਮੈਂ ਫੇਰ ਕਹਿਣਾ, ਭਗਤ ਸਿੰਘ ਦਾ ਇੰਨਾ ਦੋਸ਼ ਨਹੀਂ। ਜਿਹੜਾ ਉਹ ਸਮਾਂ ਸੀ ਨਾ, ਉਹ ਰਾਸ਼ਟਰਵਾਦ ਦੇ ਜੋਬਨ ਦਾ ਸਮਾਂ ਸੀ। ਅਜੇ ਰਾਸ਼ਟਰਵਾਦ ਦਾ ਕਟੀਕ, ਉਹਦੀ ਪੜਚੋਲ ਨਹੀਂ ਸੀ ਆਈ ਕਿਤੋਂ ਵੀ। ਯੂਰਪ 'ਚ ਹੋਈ ਹੋਣੀ ਆ ਉਹਨਾਂ ਦੀ ਆਪਦੀਆਂ ਭਾਸ਼ਾਵਾਂ 'ਚ, ਉਹ ਇੱਧਰ ਨਹੀਂ ਆਈ ਸੀ। ਉਹਨੂੰ ਤਾਂ ਆਪਾਂ ਇਹ ਕਹਿ ਕੇ ਮਾਫ ਕਰ ਸਕਦੇ ਹਾਂ ਉਦੋਂ। ਪਰ ਹੁਣ ਜਦੋਂ ਰਾਸ਼ਟਰਵਾਦ ਬਾਰੇ ਇੰਨੇ ਵਿਦਵਾਨ ਬੋਲ ਚੁੱਕੇ, ਭਾਰਤ ਦੇ ਅੰਦਰ ਵੀ ਸਾਰੀ ਦੁਨੀਆ ਦੇ ਅੰਦਰ, ਤੇ ਉਹਦੇ ਅਸਰ ਸਾਹਮਣੇ ਆ ਚੁੱਕੇ ਨੇ, ਕਿੱਡੇ ਤਬਾਹਕੁਨ ਨਤੀਜੇ ਉਹਦੇ ਮਾਨਵਤਾ ਦੇ ਖਿਲਾਫ। ਹੁਣ ਤਾਂ ਉਹ ਇੱਕ ਈਵਲ ਦੇ ਤੌਰ 'ਤੇ, ਇੱਕ ਬੁਰਾਈ ਦੇ ਤੌਰ 'ਤੇ ਸਥਾਪਿਤ ਹੋ ਚੁੱਕਿਆ ਰਾਸ਼ਟਰਵਾਦ। ਇਟ ਹੈਜ਼, ਅੰਗਰੇਜ਼ੀ 'ਚ ਕਹਿਣਾ ਹੋਵੇ, ਇਟ ਹੈਜ਼ ਬਿਕਮ ਏ ਡਰਟੀ ਵਰਡ ਨਾਓ। ਅੱਜ ਉਹਦੀ ਵਕਾਲਤ ਕਰਨੀ,
ਜਦੋਂ ਉਹਦਾ ਬਿਲਕੁਲ ਪਰਦਾਫਾਸ਼ ਹੋ ਗਿਆ, ਭਗਤ ਸਿੰਘ ਤਾਂ ਢਿੱਲੋਂ ਨੂੰ ਤਾਂ ਆਪਾਂ ਮਾਫ ਕਰ ਦਿਆਂਗੇ, ਉਹ ਸਮਾਂ। ਪਰ ਅੱਜ ਵਾਲੇ ਜਿਹੜੇ ਬੰਦੇ ਕਰ ਰਹੇ ਇਹ ਆਮ ਆਦਮੀ ਪਾਰਟੀ ਤੇ ਸਾਰਾ ਖੱਬਾ ਪੰਥ, ਇਹ ਕੀ ਜਵਾਬ ਦੇਣਗੇ? ਫਿਰ ਆਪਾਂ ਲਾਲਾ ਲਾਜਪਤ ਰਾਏ ਬਾਰੇ ਗੱਲ ਕਰਦੇ ਹਾਂ। ਹੁਣ ਇਸ ਗੱਲ ਦੀ ਬੜੀ ਚਰਚਾ ਹੋ ਰਹੀ ਹੈ ਵੀ ਲਾਲੇ ਨੂੰ ਉਹਨੇ ਮਾਰਤਾ, ਹਾਲਾਂਕਿ ਲਾਲਾ ਉਹਦੇ ਨਾਲ ਮਰਿਆ ਵੀ ਨਹੀਂ ਸੀ ਲਾਠੀਆਂ ਨਾਲ। ਹੁਣ ਲਾਲੇ ਬਾਰੇ ਉਹਦੇ ਵਿਚਾਰ ਕੀ ਹੈ? ਇਹਨੇ 1928 ਚ ਲਿਖਿਆ ਹੈ ਲੇਖ, ਲਾਲਾ ਲਾਜਪਤ ਰਾਏ ਤੇ ਮਿਸ ਐਗਨਸ ਸਮੈਡਲੀ, ਜਨਵਰੀ 1928 ਚ ਲਿਖਿਆ ਹੈ। ਇਸ ਲੇਡੀ ਨੇ ਇੱਕ ਲੇਖ ਭੇਜਿਆ ਸੀ ਲਾਲੇ ਦੇ ਅਖਬਾਰ ਨੂੰ, ਉਹਨੇ ਉਹਦਾ ਲੇਖ ਛਾਪਿਆ ਨਹੀਂ ਸੀ, ਉਸ ਤੇ ਭਗਤ ਸਿੰਘ ਦੀ ਟਿੱਪਣੀ ਹੈ। ਲਾਲਾ ਜੀ, ਤੁਹਾਨੂੰ ਸਭ ਗਿਆਨ ਹਨ, ਤੁਹਾਡੇ ਸਾਹਮਣੇ ਹੀ ਤੁਹਾਥੋਂ ਅਨਪੜ੍ਹ ਸਿੱਖ ਭਾਈ ਅਮਰੀਕਾ ਵਿੱਚੋਂ ਜਥੇ ਬਣਾ ਕੇ ਇੱਥੇ ਆਏ। ਤੁਹਾਡੇ ਸਾਹਮਣੇ ਹੀ ਤੁਹਾਥੋਂ ਅਨਪੜ੍ਹ ਸਿੱਖ ਭਾਈ ਅਮਰੀਕਾ ਵਿੱਚੋਂ ਜਥੇ ਬਣਾ ਕੇ ਆਏ ਅਤੇ ਉਹਨਾਂ ਨੇ ਦੁਹਾਈ ਦਿੱਤੀ ਕਿ ਲੋਕੋ, ਜੰਗ ਵਿੱਚ ਕੋਈ ਮਦਦ ਨਾ ਦਿਓ, ਹੁਣ ਵੇਲਾ ਲੋਹਾ ਗਰਮ ਹੈ, ਸੱਟ ਮਾਰੋ ਤੇ ਆਜ਼ਾਦ ਹੋ ਜਾਓ। ਗਾਦਰੀ ਬਾਬਿਆਂ ਬਾਰੇ ਉਹਨਾਂ ਦੀ ਕਿਸੇ ਨਾ ਸੁਣੀ, ਪਰ ਉਹ ਸ਼ਹੀਦੀਆਂ ਪ੍ਰਾਪਤ ਕਰਕੇ ਆਪਣੇ ਫਰਜ਼ ਪੂਰੇ ਕਰ ਗਏ। ਉਸ ਵੇਲੇ ਆਪ ਸਭ ਕੁਝ ਜਾਣਦੇ ਸੋ, ਕਿਉਂਕਿ ਤੁਹਾਡੇ ਵਾਸਤੇ ਕੋਈ ਨਵੀਂ ਗੱਲ ਤਾਂ ਹੈ ਕੋਈ, ਪਰ ਆਪ ਦਾ ਮੱਚ ਮਰ ਗਿਆ ਹੋਇਆ ਸੀ। ਆਪ ਨੂੰ ਹਿੰਦੁਸਤਾਨ ਮੁੜਨ ਦੀ ਚਾਹ ਨੇ ਤੜਪਾਇਆ ਹੋਇਆ ਸੀ, ਇਹ ਬਾਹਰ ਸੀ ਉਦੋਂ। ਆਪ ਅੰਗਰੇਜ਼ ਦੀ ਨਜ਼ਰ ਵਿੱਚ ਚੰਗਾ ਬਣ ਕੇ ਇੱਥੇ ਹਿੰਦੁਸਤਾਨ ਵਿੱਚ ਆਉਣਾ ਚਾਹੁੰਦੇ ਸੋ, ਇਸ ਲਈ ਆਪ ਚੁੱਪ ਰਹੇ ਤੇ ਮੌਨ ਧਾਰ ਲਈ, ਸਗੋਂ ਅੰਗਰੇਜ਼ਾਂ ਦੇ ਵਫਾਦਾਰ ਬਣਨ ਲਈ ਜਰਮਨੀ ਦੇ ਬਰਖਲਾਫ ਕਲਮ ਉਠਾਉਂਦੇ ਰਹੇ। ਕਿਉਂ ਲਾਲਾ ਜੀ? ਠੀਕ ਹੈ ਨਾ ਲਾਲਾ ਜੀ? ਉਂਝ ਤਾਂ ਤੁਹਾਨੂੰ ਸਭ ਕੁਝ ਪਤਾ ਹੀ ਹੈ, ਫਿਰ ਵੀ ਚੇਤਾਵਨੀ ਦੇਣੀ ਚੰਗੀ ਹੁੰਦੀ ਹੈ। ਸੁਣੋ, ਹੁਣ ਫਿਰ ਜੰਗ ਛਿੜਨ ਵਾਲਾ ਜੀ, ਹਿੰਦੁਸਤਾਨ ਨੂੰ ਫਿਰ ਆਪਣੇ ਮਤਲਬ ਲਈ ਅੰਗਰੇਜ਼ ਵਰਤਣ ਲੱਗੇ ਜੀ। ਕੌਮ ਨੂੰ ਖਬਰਦਾਰ ਕਰ ਦਿਓ, ਹਿੰਦੁਸਤਾਨ ਵਿੱਚ ਢੰਡੋਰਾ ਫੇਰ ਦਿਓ ਤਾਂ ਕਿ ਲੋਕ ਅੰਗਰੇਜ਼ੀ ਚਾਲਾਂ ਦੇ ਫੰਦਿਆਂ ਵਿੱਚ ਨਾ ਫਸਣ ਅਤੇ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਤਿਆਰ ਹੋ ਜਾਣ। ਕੀ ਨਿਤਰੋਂਗੇ? ਇਹ ਸਵਾਲ ਉਹਨੇ ਲਾਲੇ ਨੂੰ ਖੜਾ ਕੀਤਾ ਸੀ, ਪਰ ਇਹ ਸਵਾਲ ਅੱਜ ਮੈਂ ਆਪ ਵਾਲਿਆਂ ਨੂੰ ਕਰਦਾ। ਹਾਲਾਤ ਫੇਰ ਬਣ ਰਹੇ ਨੇ ਤੇ ਇਹ ਲੰਗੋਟੇ ਕੱਸ ਰਹੇ ਨੇ, ਤੇ ਇਹ ਸਵਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਗੇ ਵੀ ਹੈ, ਕਿਉਂਕਿ ਬਹੁਤ ਬਿਆਨ ਦੇ ਚੁੱਕੇ ਨੇ ਕਿ ਚੀਨ ਤੋਂ ਬੜਾ ਖਤਰਾ, ਚੀਨ ਤੇ ਕੀ ਕਰ ਰਹੀ ਹੈ। ਆ ਜ਼ਰੂਰ ਸੁਣ ਲੈਣ। ਕੀ ਨਿਤਰੋਂਗੇ? ਪਰ ਲਾਲਾ ਜੀ ਤਾਂ ਆਪਣੇ ਅੰਦਰਲੇ ਚਾਨਣ ਅਨੁਸਾਰ ਕੰਮ ਕਰਦੇ ਹਨ, ਅੰਦਰਲੇ ਕੌਮਿਆਂ 'ਚ। ਉਹਨੇ ਲਿਖਿਆ ਸੀ ਵੀ ਸਮੈਡਲੀ ਦਾ ਮੈਂ ਲੇਖ ਤਾਂ ਨਹੀਂ ਛਾਪਿਆ, ਮੈਨੂੰ ਚਾਨਣ ਅੰਦਰੋਂ ਆਉਂਦਾ ਹੈ, ਉਹਦੇ 'ਚ ਮੈਂ ਨਹੀਂ ਸਮਝਦਾ ਇਹ ਯੋਗ ਹੈ। ਉਹ ਕਿਸੇ ਦੇ ਆਖੇ ਤੇ ਕੋਈ ਕੰਮ ਨਹੀਂ ਕਰਦੇ, ਪਰ ਬਾਬਾ ਜ਼ਮਾਨਾ ਬੁਰੀ ਬਲਾ ਹੈ, ਉਹ ਕਿਸੇ ਤਰ੍ਹਾਂ ਵੀ ਨਹੀਂ ਜਿਉਣ ਦਿੰਦਾ। ਇਹ ਚਾਨਣਾ ਕਿਤੇ ਅੰਦਰਲੀ ਕਮਜ਼ੋਰੀ ਹੀ ਤਾਂ ਨਹੀਂ, ਕਿਉਂਕਿ ਚਾਨਣੇ ਵਿੱਚ ਫਰਕ ਹੁੰਦਾ ਹੈ ਤੇ ਲਾਲਾ ਜੀ ਦੇ ਆਪਣੇ ਅੰਦਰ ਵੀ ਕਈ ਪ੍ਰਕਾਰ ਦੇ ਚਾਨਣੇ ਹਨ। ਇੱਕ ਚਾਨਣਾ ਤਾਂ ਉਹ ਸੀ ਜਿਹੜਾ ਲਾਲਾ ਲਾਜਪਤ ਰਾਏ ਨੂੰ ਪਰਦੇਸੀ ਮੁਲਕਾਂ ਵਿੱਚ ਭਜਾਈ ਫਿਰਦਾ ਸੀ। ਇੱਕ ਚਾਨਣਾ ਉਹ ਸੀ ਜਿਹੜਾ ਉਹਨਾਂ ਨੂੰ ਮੁੜ ਇੱਥੇ ਲਿਆਇਆ। ਇੱਕ ਚਾਨਣੇ ਦਾ ਚਾਨਣ ਲਾਹੌਰ ਸੈਂਟਰਲ ਜੇਲ੍ਹ ਵਿੱਚੋਂ ਛੁੱਟਣ ਪਿੱਛੋਂ ਹੋਇਆ ਤੇ ਇੱਕ ਵਾਰ ਫਿਰ ਜਵਾਬੀ ਮਿਲਵਰਤਨੀਆਂ ਵਿੱਚ ਸ਼ਾਮਲ ਹੋਣ ਵੇਲੇ ਲਾਲਾ ਜੀ ਦੀ ਅਗਵਾਈ ਕਰਦਾ ਸੀ। ਲਾਲਾ ਜੀ ਸਮਝ ਨਹੀਂ ਪਈ ਤੁਸੀਂ ਕਿਹੜੇ ਚਾਨਣ ਪਿੱਛੇ ਤੁਰਦੇ ਹੋ।
ਕਿਰਪਾ ਕਰਕੇ ਦੱਸਿਓ ਜਰਾ, ਕੀ ਸਾਂਝੀ ਵਾਲੀ ਆਪਣੇ ਆਪ ਵਿੱਚ ਘੱਟ ਤੋਂ ਘੱਟ ਅੱਜ ਕੱਲ੍ਹ ਦੀ ਦੁਨੀਆ ਵਿੱਚ ਫਿਰਕੇਦਾਰੀ ਨਹੀਂ ਹੈ? ਚਲੋ, ਅਸਲੀ ਗੱਲ ਇਹ ਹੈ ਕਿ ਲਾਲਾ ਜੀ ਇਸ ਇੱਕ ਇੱਕ ਕਰਕੇ ਆਪਣੇ ਪਹਿਲੇ ਅਸੂਲ ਛੱਡ ਰਹੇ ਹਨ ਤੇ ਮੁੜ ਪਹਿਲੇ ਹੀ ਆਰੀਆ ਸਮਾਜੀ ਬਣ ਰਹੇ ਹਨ। ਵੀ ਆਪਦੇ ਅਸੂਲ ਛੱਡ ਕੇ ਇਹ ਮੁੜ ਕੇ ਫਿਰ ਆਰੀਆ ਸਮਾਜੀ ਜਾ ਡਿੱਗਦਾ ਹੈ। ਇਸੇ ਕਰਕੇ ਹੀ ਆਪ ਨੇ ਬੜੇ ਛਿੱਥੇ ਪੈ ਕੇ ਮਿਸ ਐਗਨਿਸ ਸਮੇਡਲੀ ਦੇ ਕੌਮਾਂਤਰੀ ਅਸੂਲ ਸਿਖਲਾਉਣ ਵਾਲੇ ਲੇਖਾਂ ਨੂੰ ਛਾਪਣੋਂ ਬੰਦ ਕਰ ਦਿੱਤਾ। ਬੰਦ ਕਰਦੇ ਹੋਏ ਜਿਹੜਾ ਨੋਟ ਲਾਲਾ ਲਾਜਪਤ ਰਾਏ ਨੇ 13 ਅਕਤੂਬਰ ਦੇ ਪਰਚੇ ਵਿੱਚ ਲਿਖਿਆ ਹੈ, ਉਸਨੇ ਲਾਲੇ ਦੀ ਸ਼ਾਨ ਨੂੰ ਕੋਈ ਉੱਚਾ ਨਹੀਂ ਕੀਤਾ। ਪੰਦਰਾਂ ਦਸੰਬਰ ਦੇ ਪਰਚੇ ਵਿੱਚ ਆਪ ਇਸ ਤਰ੍ਹਾਂ ਮਿਸ ਸਮੈਡਲੀ ਤੋਂ ਮਾਫੀ ਮੰਗਦੇ ਹਨ। ਅਸੀਂ ਆਪਣੇ ਚਾਨਣੇ ਅਨੁਸਾਰ ਕੰਮ ਕਰਦੇ ਹਾਂ। ਮਿਸ ਸਮੈਡਲੀ ਨੂੰ ਜਾਣਨਾ ਚਾਹੀਦਾ ਹੈ ਕਿ ਮੇਰਾ ਤਾਂ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ, ਦੇਸ਼ ਸੇਵਾ ਤੋਂ ਬਿਨਾਂ ਕੋਈ ਕੰਮ ਨਹੀਂ। ਫਿਰ ਵੀ ਮੈਨੂੰ ਬੜਾ ਅਫਸੋਸ ਹੈ ਜੇ ਮੈਂ ਉਸ ਨੂੰ ਦੁੱਖ ਪਹੁੰਚਾਇਆ ਹੈ। ਮੈਨੂੰ ਜਾਣਨਾ ਚਾਹੀਦਾ ਸੀ ਕਿ ਮੇਰੇ ਲਿਖੇ ਹੋਏ ਰਿਮਾਰਕ ਉਸ ਨੂੰ ਦੁੱਖ ਪਹੁੰਚਾਉਣ ਤੋਂ ਬਗੈਰ ਹੋਰ ਕੁਝ ਨਹੀਂ ਕਰ ਸਕਦੇ। ਲਾਲਾ ਜੀ ਨਿੱਤ ਨਵੇਂ ਸੂਰਜ ਨੌਜਵਾਨਾਂ ਨੂੰ ਨਸੀਹਤ ਕਰਦੇ ਰਹਿੰਦੇ ਹਨ ਕਿ ਉਹਨਾਂ ਨੂੰ ਚੁੱਪ ਕਰਕੇ ਬੁੱਢੇ ਤਜਰਬੇਕਾਰ ਲੀਡਰਾਂ ਦੇ ਆਖੇ ਲੱਗਣਾ ਚਾਹੀਦਾ ਹੈ। ਇਹ ਸਾਡੇ ਕਿਸਾਨ ਯੂਨੀਅਨ ਵਾਲੇ ਵੀ ਸੁਣ ਲੈਣ ਤੇ ਮੁਲਕ ਲਈ ਕੁਰਬਾਨੀਆਂ ਕਰਨੀਆਂ ਚਾਹੀਦੀਆਂ ਹਨ। ਪਰ ਜਿਹੜਾ ਲਾਲਾ ਪੈਰ ਪੈਰ ਤੇ ਠੇਡੇ ਖਾਂਦਾ ਹੈ, ਥਾਂ ਥਾਂ ਤੇ ਗਲਤੀਆਂ ਕਰਦਾ ਹੈ, ਆਪਣੇ ਆਪ ਵਿੱਚ ਨਹੀਂ ਰਹਿੰਦਾ, ਫਿਰ ਮਾਫੀਆਂ ਮੰਗਦਾ ਹੈ, ਉਹ ਲਾਲਾ ਨੌਜਵਾਨਾਂ ਦੀ ਕਿੱਦਾਂ ਅਗਵਾਈ ਕਰ ਸਕਦਾ ਹੈ? ਜੇ ਸੱਚ ਪੁੱਛੋ ਤਾਂ ਇਹ ਹੈ ਕਿ ਪੰਜਾਬ ਕੇਸਰੀ ਹੁਣ ਬੁੱਢਾ ਹੋ ਗਿਆ ਹੈ। ਇਸ ਦੇ ਭਿਆਨਕ ਦੰਦ ਝੜ ਗਏ ਹਨ। ਇਸ ਦੀਆਂ ਨੌਕਰਸ਼ਾਹੀ ਨੂੰ ਡਰਾਉਣ ਵਾਲੀਆਂ ਨੌਂਦਰਾਂ ਖੁੱਡੀਆਂ ਹੋ ਗਈਆਂ ਹਨ। ਹੁਣ ਇਹ ਸਰਕਸ ਦੇ ਇੱਕ ਸਦਾਏ ਹੋਏ ਕੇਸਰੀ ਵਾਂਗ ਬੇਜਰਰ ਹੋ ਗਿਆ ਹੈ। ਲਾਲਾ ਪਹਿਲਾਂ ਵਾਲਾ ਨਹੀਂ ਰਿਹਾ। ਪਹਿਲਾ ਲਾਲਾ ਨੌਜਵਾਨ ਸੀ, ਉਸ ਵਿੱਚ ਨੌਜਵਾਨਾਂ ਵਾਲਾ ਜੋਸ਼, ਨੌਜਵਾਨਾਂ ਵਾਲੀ ਹਿੰਮਤ ਅਤੇ ਗੱਭਰੂਆਂ ਵਾਲੀ ਕੁਰਬਾਨੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਲਾਲਾ ਹਿਸਾਬੀ ਕਿਤਾਬੀ ਨਹੀਂ ਸੀ। ਉਹ ਕੁਰਬਾਨੀ ਦੇ ਸਮੁੰਦਰ ਵਿੱਚ ਠਿੱਲ ਪੈਣਾ ਜਾਣਦਾ ਸੀ। ਉਹ ਨੌਜਵਾਨ ਲਾਲਾ ਮੁਲਕ ਦੀ ਬਦਕਿਸਮਤੀ ਮਰ ਗਿਆ ਹੈ। ਹੁਣ ਇਹ ਲਾਲਾ ਸਾਨੂੰ ਨੌਜਵਾਨਾਂ ਨੂੰ ਨਸੀਹਤਾਂ ਕਰਨ ਲਈ ਰਹਿ ਗਿਆ ਹੈ। ਲਾਲਾ ਆਪ ਮੰਨਦਾ ਹੈ ਤੇ ਆਖਦਾ ਹੈ ਕਿ ਤੋਬਾ ਮੇਰੀ, ਮੈਂ ਕੁਰਬਾਨੀ ਕੋਈ ਨਹੀਂ ਕਰ ਸਕਦਾ, ਪਰ ਨੌਜਵਾਨਾਂ ਨੂੰ ਸਿੱਧੇ ਰਸਤੇ ਚਲਾਉਣ ਲਈ ਆਪਣਾ ਹੱਕ ਸਮਝਦਾ ਹੈ। ਕਿਸੇ ਕਵੀ ਨੇ ਠੀਕ ਆਖਿਆ ਹੈ, ਬਦਲਦਾ ਹੈ ਰੰਗ ਆਸਮਾਂ ਕੈਸੇ ਕੈਸੇ। ਇਹਨੇ ਕਿਰਤੀ ਅਖਬਾਰ 'ਚ ਲੇਖ ਲਿਖਿਆ ਸੀ। ਸੋ ਇਹ ਆਪਾਂ ਬਾਅਦ 'ਚ ਗੱਲ ਕਰਾਂਗੇ। ਫਿਰ ਵੀ ਲਾਲੇ ਦੀ ਮੌਤ ਦਾ ਬਦਲਾ ਲੈਣ ਦਾ, ਉਹ ਜਿਹੜਾ ਸਾਂਡਰਸ ਦਾ ਕਤਲ ਸੀ, ਉਹ ਕਿਉਂ ਕੀਤਾ? ਸਾਂਡਰਸ ਦੇ ਕਤਲ ਬਾਰੇ ਵੀ ਸਵਾਲ ਉੱਠੇ ਆ। ਇਸ ਕਰਕੇ ਸਾਂਡਰਸ ਦੇ ਤੇ ਪੁਲਿਸ ਵਾਲੇ ਦੇ ਕਤਲ ਬਾਰੇ ਇਹਦੇ ਜਿਹੜੇ ਵਿਚਾਰ ਹੈ ਉਹ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਵੇਲੇ ਲਾਇਆ ਪਰਚਾ, ਖੂਨ ਦਾ ਬਦਲਾ ਖੂਨ, ਉਹਦੇ 'ਚੋਂ ਹੈ। ਸਾਨੂੰ ਇੱਕ ਆਦਮੀ ਦੀ ਹੱਤਿਆ ਕਰਨ ਦਾ ਦੁੱਖ ਹੈ, ਪਰ ਇਹ ਆਦਮੀ ਨਿਰਦਈ ਬੇਇਨਸਾਫ ਪ੍ਰਣਾਲੀ ਦਾ ਇੱਕ ਪੁਰਜਾ ਸੀ ਅਤੇ ਜਿਸ ਨੂੰ ਖਤਮ ਕਰ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਆਦਮੀ ਦੀ ਹੱਤਿਆ ਹਿੰਦੁਸਤਾਨ ਵਿੱਚ ਬ੍ਰਿਟਿਸ਼ ਸਾਮਰਾਜ ਦੇ ਕਰਿੰਦੇ ਦੇ ਰੂਪ ਵਿੱਚ ਕੀਤੀ ਗਈ ਹੈ। ਇਹ ਸਰਕਾਰ ਸੰਸਾਰ ਦੀ ਸਭ ਤੋਂ ਜ਼ਿਆਦਾ ਅਤਿਆਚਾਰੀ ਸਰਕਾਰ ਹੈ। ਮਨੁੱਖ ਦਾ ਖੂਨ ਵਗਾਉਣ ਲਈ ਸਾਨੂੰ ਦੁੱਖ ਹੈ, ਪਰ ਕ੍ਰਾਂਤੀ ਦੀ ਬੇਦੀ ਤੇ ਖੂਨ ਵਹਾਉਣਾ ਜ਼ਰੂਰੀ ਹੋ ਜਾਂਦਾ ਹੈ। ਇਹ ਸੀ ਕਿਉਂ ਮਾਰਿਆ। ਹੁਣ ਜਿਹੜਾ ਅਸੈਂਬਲੀ 'ਚ ਬੰਬ ਸੁੱਟਿਆ,
ਉਹਦੇ ਤੇ ਸ਼ਹੀਦ ਭਗਤ ਸਿੰਘ ਦੇ ਉਹਦੇ ਬਾਰੇ ਵਿਚਾਰ। 8 ਅਪ੍ਰੈਲ 1929 ਨੂੰ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਬਾਅਦ ਇਹ ਲੀਫਲੈਟ ਸਟੇਸ਼ਨ ਉੱਤੇ ਸੁੱਟਿਆ। ਬੋਲਿਆਂ ਨੂੰ ਸੁਣਾਉਣ ਲਈ ਗਰਜ ਦੀ ਲੋੜ ਹੈ, ਉਹਦੇ 'ਚ ਇਹ ਲਿਖਿਆ ਸੀ। ਇਹ ਅਮਰ ਸ਼ਬਦ ਫਰਾਂਸ ਦੇ ਇੱਕ ਬਹਾਦਰ ਅਰਾਜਕਤਾਵਾਦੀ ਸ਼ਹੀਦ ਬੈਲਿੰਟ ਦੇ ਇੱਕ ਇਹੋ ਜਿਹੇ ਮੌਕੇ 'ਤੇ ਹੀ ਆਖੇ ਸਨ। ਬਲਿੰਟ ਨੇ, ਇਹ ਫਰਾਂਸ ਦੇ ਇਨਕਲਾਬੀ ਦੇ ਸ਼ਬਦ ਹੈ। ਉਹਨੇ ਇਹੋ ਜਿਹੇ ਮੌਕੇ 'ਤੇ ਬੰਬ ਸੁੱਟ ਕੇ ਇਹ ਸ਼ਬਦ ਬੋਲੇ ਸੀਗੇ, ਇਹਨਾਂ ਤੋਂ ਬਹੁਤ ਚਿਰ ਪਹਿਲਾਂ। ਇਹਨਾਂ ਹੀ ਸ਼ਬਦਾਂ ਨਾਲ ਅੱਜ ਅਸੀਂ ਆਪਣੇ ਕੰਮ ਦੀ ਪ੍ਰੋੜਤਾ ਕਰਦੇ ਹਾਂ। ਅੱਗੇ ਅਸੀਂ ਮਨੁੱਖੀ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਅਤੇ ਉਸ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ, ਜਦੋਂ ਮਨੁੱਖ ਪੂਰਨ ਸ਼ਾਂਤੀ ਅਤੇ ਆਜ਼ਾਦੀ ਵਿੱਚ ਵਿਚਰੇਗਾ। ਸਾਨੂੰ ਇਹ ਪ੍ਰਵਾਨ ਕਰਦਿਆਂ ਦੁੱਖ ਹੁੰਦਾ ਹੈ ਕਿ ਅਸੀਂ ਇਨਸਾਨੀ ਖੂਨ ਡੋਲਣ 'ਤੇ ਮਜਬੂਰ ਕੀਤੇ ਗਏ ਹਾਂ। ਪਰ ਸਭਨਾਂ ਲਈ ਆਜ਼ਾਦੀ ਲਿਆਉਣ ਵਾਲੇ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਜੜ੍ਹੋਂ ਖਤਮ ਕਰਨ ਵਾਲੇ ਮਹਾਨ ਇਨਕਲਾਬ ਦੀ ਬੇਦੀ ਉੱਤੇ ਕੁਝ ਵਿਅਕਤੀਆਂ ਦੀ ਬਲੀ ਅਟੱਲ ਹੈ। ਇਹ ਯੂਨੀਵਰਸਲ ਪ੍ਰਿੰਸੀਪਲ ਹੈ। ਅੱਗੇ ਜੀ, ਅਸੈਂਬਲੀ 'ਚ ਬੰਬ ਸੁੱਟਣ 'ਤੇ ਵੀ ਦੇਖੋ ਜੀ, ਉੱਥੇ ਜੇ ਕੋਈ ਮਰ ਜਾਂਦਾ, ਇਹਨਾਂ ਨੇ ਸਾਫ਼ ਕੀਤਾ ਵੀ ਉਹ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਇਰਾਦਾ ਹੁੰਦਾ ਉਦੋਂ ਬੰਬ ਲਈ ਗਏ ਸੀ। ਉਹ ਬੰਬ ਬਿਲਕੁਲ ਹੀ ਹਾਰਮਲੈਸ ਬੰਬ ਸੀ। ਅਖੌਤੀ ਭਾਰਤੀ ਪਾਰਲੀਮੈਂਟ ਵਿੱਚ ਹੀ ਸਦਨ ਦੇ ਵਿਧੀ ਪੂਰਵਕ ਮਤੇ ਪਾਸ ਕੀਤੇ ਗਏ। ਨਹੀਂ, ਅਖੌਤੀ ਭਾਰਤੀ ਪਾਰਲੀਮੈਂਟ ਵਿੱਚ ਹੀ ਸਦਨ ਦੇ ਵਿਧੀ ਪੂਰਵਕ ਪਾਸ ਕੀਤੇ ਗਏ ਮਤਿਆਂ ਨੂੰ ਨਫ਼ਰਤ ਨਾਲ ਪੈਰਾਂ ਹੇਠ ਕੁਚਲ ਦਿੱਤਾ ਗਿਆ ਹੈ। ਇਹ ਅੱਜ ਦੀ ਪਾਰਲੀਮੈਂਟ 'ਤੇ ਲਾਗੂ ਕਰ ਲਓ। ਅਖੌਤੀ ਪਾਰਲੀਮੈਂਟਰੀ ਸਦਨ ਵਿੱਚ ਹੀ ਦਬਾਅ ਅਤੇ ਅਤਿਆਚਾਰੀ ਕਾਨੂੰਨਾਂ ਨੂੰ ਹਟਾਉਣ ਲਈ ਪੇਸ਼ ਕੀਤੇ ਗਏ ਪ੍ਰਸਤਾਵਾਂ ਨਾਲ ਬੜਾ ਘਿਰਨਾ ਭਰਿਆ ਵਤੀਰਾ ਕੀਤਾ ਗਿਆ ਹੈ ਅਤੇ ਜਿਨ੍ਹਾਂ ਬਿੱਲਾਂ ਅਤੇ ਤਜਵੀਜ਼ਾਂ ਨੂੰ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਸਹਿਬ ਸਮਝ ਕੇ ਨਾ ਮਨਜ਼ੂਰ ਕੀਤਾ, ਉਹਨਾਂ ਨੂੰ ਕਲਮ ਦੇ ਝਟਕੇ ਨਾਲ ਫਿਰ ਲਾਗੂ ਕਰ ਦਿੱਤਾ ਗਿਆ। ਮੁੱਕਦੀ ਗੱਲ ਇਹ ਹੈ ਕਿ ਸਾਨੂੰ ਇਸ ਅਦਾਰੇ ਦੀ ਹੋਂਦ ਵਿੱਚ ਕੋਈ ਯੋਗ ਕਾਰਨ ਨਹੀਂ ਲੱਭਿਆ। ਇਹ ਹਮਲਾ ਇਸ ਸੰਸਥਾ 'ਤੇ ਹੈ, ਇਮਾਰਤ 'ਤੇ ਨਹੀਂ। ਬਹੁਤ ਮਹੱਤਵਪੂਰਨ ਗੱਲ ਹੈ। ਕਿਉਂ ਕੀਤਾ? ਫਿਰ ਹਿੰਸਾ ਤੇ ਅਹਿੰਸਾ ਦਾ ਮਾਮਲਾ। ਆਓ ਪਹਿਲਾਂ ਹਿੰਸਾ ਅਤੇ ਅਹਿੰਸਾ ਦੇ ਸਵਾਲ ਦਾ ਨਿਰਣਾ ਕਰੀਏ। ਸਾਡੇ ਖਿਆਲ ਵਿੱਚ ਇਹਨਾਂ ਸ਼ਬਦਾਂ ਦੀ ਸਧਾਰਨ ਰੂਪ ਵਿੱਚ ਵਰਤੋਂ ਦੋਹੇ ਪਾਰਟੀਆਂ ਭਾਵ ਕਾਂਗਰਸ ਅਤੇ ਇਨਕਲਾਬੀਆਂ ਨਾਲ ਅਨਿਆਂ ਹੈ, ਕਿਉਂਕਿ ਇਸ ਤਰ੍ਹਾਂ ਇਹ ਸ਼ਬਦ ਕਿਸੇ ਧਿਰ ਦੇ ਆਦਰਸ਼ ਨੂੰ ਨਹੀਂ ਦਰਸਾਉਂਦੇ। ਹਿੰਸਾ ਉਸ ਜ਼ਬਰ ਦਾ ਨਾਂ ਹੈ ਜੋ ਅਨਿਆਂ ਲਈ ਵਰਤੋਂ ਵਿੱਚ ਆਉਂਦਾ ਹੈ, ਪਰ ਇਨਕਲਾਬੀਆਂ ਦਾ ਇਸ ਨਾਲ ਕੋਈ ਵਾਸਤਾ ਨਹੀਂ। ਦੂਜੇ ਬੰਨੇ ਜਿਸ ਨੂੰ ਆਮ ਕਰਕੇ ਅਹਿੰਸਾ ਕਿਹਾ ਜਾਂਦਾ ਹੈ, ਅਸਲ ਵਿੱਚ ਆਤਮਿਕ ਸ਼ਕਤੀ ਦਾ ਸਿਧਾਂਤ ਹੈ, ਜਿਸ ਨੂੰ ਕਿ ਨਿੱਜੀ ਅਤੇ ਕੌਮੀ ਹੱਕਾਂ ਦੀ ਪੂਰਤੀ ਲਈ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਕਿ ਦੁੱਖ ਤਸੀਹੇ ਝੱਲਦਿਆਂ ਹੋਇਆਂ ਵਿਰੋਧੀ ਨੂੰ ਆਪਣੇ ਵੱਲ ਢਾਲ ਲਿਆ ਜਾਵੇ। ਜਦੋਂ ਇੱਕ ਇਨਕਲਾਬੀ ਆਪਣੇ ਕੁਝ ਹੱਕ ਸਮਝਦਾ ਹੈ, ਉਹ ਇਹਨਾਂ ਦੀ ਮੰਗ ਕਰਦਾ ਹੈ, ਦਲੀਲ ਦਿੰਦਾ ਹੈ, ਆਪਣੀ ਪੂਰੀ ਆਤਮਿਕ ਸ਼ਕਤੀ ਰਾਹੀਂ ਉਸ ਨੂੰ ਹਾਸਲ ਕਰਨ ਦਾ ਯਤਨ ਕਰਦਾ ਹੈ, ਵੱਡੇ ਤੋਂ ਵੱਡੇ ਦੁੱਖ ਤਸੀਹੇ ਝੱਲਦਾ ਹੈ ਅਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਹੈ ਅਤੇ ਨਾਲ ਹੀ ਆਪਣੇ ਸਰੀਰਕ ਬਲ ਨੂੰ ਵੀ ਵਰਤਣਾ ਜੁਰਮ ਨਹੀਂ ਸਮਝਦਾ। ਸੋ ਸਵਾਲ ਹਿੰਸਾ ਜਾਂ ਅਹਿੰਸਾ ਦਾ ਨਹੀਂ, ਬਲਕਿ ਇਹ ਹੈ ਕਿ ਕੀ ਅਸੀਂ ਨਿਰੋਲ ਆਤਮਿਕ ਗੱਲ ਦੇ ਸਿਰ 'ਤੇ ਹੀ ਚੱਲਣਾ ਹੈ ਜਾਂ ਇਸ ਦੇ ਨਾਲ ਸਰੀਰਕ ਸ਼ਕਤੀ ਦੀ ਵਰਤੋਂ ਵੀ ਕਰਨੀ ਹੈ। ਮਸਲਾ ਇਹ ਹੈ। ਫਿਰ ਗਾਂਧੀਵਾਦ ਬਾਰੇ ਸਾਨੂੰ ਕਾਂਗਰਸ ਲਹਿਰ ਦੀਆਂ ਸੰਭਾਵਨਾਵਾਂ, ਹਾਰਾਂ ਅਤੇ ਪ੍ਰਾਪਤੀਆਂ ਬਾਰੇ ਕਿਸੇ ਕਿਸਮ ਦਾ ਭਰਮ ਨਹੀਂ ਹੋਣਾ ਚਾਹੀਦਾ।
ਇਸ ਲਹਿਰ ਨੂੰ ਜੋ ਅੱਜ ਹੈ ਗਾਂਧੀਵਾਦ ਕਹਿਣਾ ਹੀ ਠੀਕ ਹੈ। ਇਹ ਦਾਅਵੇ ਨਾਲ ਆਜ਼ਾਦੀ ਲਈ ਨਹੀਂ ਖੜਦੀ, ਬਲਕਿ ਹਿੱਸੇਦਾਰੀ ਦੇ ਹੱਕ ਵਿੱਚ ਹੈ। ਪੂਰਨ ਆਜ਼ਾਦੀ ਦੇ ਅਜੀਬ ਅਰਥ ਕੱਢੇ ਜਾ ਰਹੇ ਹਨ। ਇਸ ਦਾ ਤਰੀਕਾ ਅਨੂਠਾ ਹੈ, ਪਰ ਵਿਚਾਰੇ ਲੋਕਾਂ ਦੇ ਲਈ ਕਿਸੇ ਕੰਮ ਦਾ ਨਹੀਂ। ਗਾਂਧੀਵਾਦ ਸਾਬਰਮਤੀ ਦੇ ਸੰਤ ਨੂੰ ਕੋਈ ਸਥਾਈ ਚੇਲੇ ਨਹੀਂ ਦੇ ਸਕੇਗਾ। ਇਹ ਇੱਕ ਵਿੱਚ ਵਿਚਾਲੇ ਦੀ ਪਾਰਟੀ ਯਾਨੀ ਲਿਬਰਲ ਰੈਡੀਕਲ ਸੁਮੇਲ ਦਾ ਕੰਮ ਕਰ ਰਹੀ ਹੈ ਅਤੇ ਕਰਦੀ ਵੀ ਰਹੇਗੀ। ਮੌਕੇ ਦੀ ਅਸਲੀਅਤ ਨਾਲ ਟਕਰਾਉਣ ਤੋਂ ਇਹ ਸ਼ਰਮ ਖਾਂਦੀ ਹੈ। ਇਸ ਨੂੰ ਚਲਾਉਣ ਵਾਲੇ ਵੀ ਦੇਸ਼ ਦੇ ਅਜਿਹੇ ਲੋਕ ਹਨ ਜਿਨ੍ਹਾਂ ਦਾ ਹਿੱਤ ਇਸ ਨਾਲ ਬੱਝਾ ਹੈ ਅਤੇ ਆਪਣੇ ਹਿੱਤਾਂ ਨੂੰ ਸਰਮਾਏਦਾਰ ਹੱਟ ਰਾਹੀਂ ਚਿਪਕੇ ਹੋਏ ਹਨ। ਜੇ ਇਨਕਲਾਬੀ ਖੂਨ ਨਾਲ ਇਸ ਨੂੰ ਗਰਮਾਇਆ ਨਾ ਗਿਆ ਤਾਂ ਇਸ ਦਾ ਗਤੀਹੀਨ ਹੋਣਾ ਲਾਜ਼ਮੀ ਹੈ। ਇਸ ਨੂੰ ਤਾਂ ਇਸ ਦੇ ਦੋਸਤਾਂ ਤੋਂ ਬਚਾਉਣ ਦੀ ਲੋੜ ਹੈ। ਸੋ ਇਹ ਹੈ ਕੁਛ ਉਹਦੇ ਵਿਚਾਰ। ਇੱਕ ਗੱਲ ਬਾਰੇ ਕੋਈ ਰੌਲਾ ਨਹੀਂ ਕਿ ਉਹ ਰਾਸ਼ਟਰਵਾਦ ਦਾ ਪੂਰਨ ਮਦਈ ਪੂਰਾ ਯਕੀਨ ਸੀ। ਮੈਂ ਪਹਿਲਾਂ ਹੀ ਸਾਫ਼ ਕੀਤਾ, ਇਕੱਲਾ ਉਹਦਾ ਨਹੀਂ, ਉਦੋਂ ਇਹ ਬੜਾ ਸਰਬ ਵਿਆਪਕ ਬਣ ਚੁੱਕਿਆ ਸੀ। ਅਤੇ ਅੱਜ ਜਿਹੜੇ ਬੰਦੇ ਇਸ ਆਧਾਰ 'ਤੇ ਮਤਲਬ ਇੱਕ ਹੱਦਾਂ ਤੋਂ ਪਾਰ ਜਾ ਕੇ ਬੋਲਦੇ ਨੇ ਨਾ, ਉਹ ਇਹ ਪੜ੍ਹ ਲੈਣ ਕਿ 1984 ਤੋਂ ਪਹਿਲਾਂ ਸਾਡੇ ਜਿਹੜੇ ਬੜੇ ਵਿਦਵਾਨ ਪਾਰਲੀਮੈਂਟ ਅੰਦਰ ਕੀ ਬੋਲਦੇ ਰਹੇ। ਰਾਸ਼ਟਰਵਾਦ ਬਾਰੇ ਕੋਈ ਚੇਤਨਤਾ ਨਹੀਂ ਸੀ, ਪੂਰਨ ਹਮਾਇਤ ਹੁੰਦੀ ਸੀ ਰਾਸ਼ਟਰਵਾਦ ਦੀ, ਪੋਲੀਟਿਕਸ ਵਿੱਚ ਵੀ ਅਤੇ ਵਿਦਵਾਨਾਂ ਵੱਲੋਂ ਵੀ। ਇਹ ਤਾਂ 84 ਨੇ ਅੱਖਾਂ ਖੋਲ੍ਹੀਆਂ। ਸੋ ਇਤਿਹਾਸ 'ਚ ਕੁਛ ਘਟਨਾਵਾਂ ਵਾਪਰਦੀਆਂ ਜਿਹੜੀਆਂ ਫਿਰ ਅੱਖਾਂ ਖੋਲ੍ਹਦੀਆਂ। ਉਦੋਂ ਪਹਿਲਾਂ ਕੋਈ ਜਾਂ ਕਿਸੇ ਦੀਆਂ ਕਿਉਂ ਨਹੀਂ ਖੋਲ੍ਹੀਆਂ ਇਹ ਨਹੀਂ ਮਿਹਣਾ ਬਣਦਾ ਹੁੰਦਾ। ਜਿਹੜੀਆਂ ਉਦੋਂ ਬਾਅਦ ਵੀ ਨਹੀਂ ਖੁੱਲ੍ਹੀਆਂ ਮਿਹਣਾ ਉਦੋਂ ਬਣਦਾ ਹੈ। ਸੋ ਇਹ ਸਵਾਲ ਖੱਬਿਆਂ ਨੂੰ ਅਤੇ ਆਪ ਵਾਲਿਆਂ ਨੂੰ ਹੈ। ਭਗਤ ਸਿੰਘ 'ਤੇ ਨਾ ਗੋਲਾਬਾਰੀ ਕਰੋ, ਇਹ ਹੈ ਮੇਰੀ। ਸੋ ਇਹ ਜਿਹੜੀਆਂ ਕੁਛ ਕੁ ਗੱਲਾਂ ਨਾ ਮੈਂ ਤਾਂ ਅਜੇ ਨਮੂਨੇ ਮਾਤਰ ਦਿੱਤੀਆਂ। ਭਗਤ ਸਿੰਘ ਬਾਰੇ ਇੱਕ ਗੱਲ ਬਹੁਤ ਸਪਸ਼ਟ ਹੈ ਜਿਹੜੀ ਉਹਦੇ ਨਾਲ ਦੇ ਹਰ ਇੱਕ ਨੇ ਮੰਨੀ ਹੈ ਵੀ ਉਹ ਇੱਕ ਜਿਵੇਂ ਸ਼ਦਾਈ ਪਾਠਕ ਹੁੰਦਾ ਹੈ ਕਿਤਾਬਾਂ ਦਾ, ਇੰਨੀ ਭੁੱਖ ਇਹ ਸਾਰਿਆਂ ਨੇ ਕਿਹਾ। ਗਾਦਰੀ ਬਾਬਿਆਂ ਨੇ ਵੀ ਕਿਹਾ। ਉਹਦੇ 'ਚ ਬਹੁਤ ਲਗਨ ਸੀ ਪੜ੍ਹਨ ਦੀ, ਬੜੀ ਭੁੱਖ ਸੀਗੀ, ਪਰ ਅਜੇ ਕੱਚਾ ਸੀ। ਸੋ ਉਹਦੇ ਵਿਚਾਰਾਂ ਨੂੰ ਜਿਹੜੇ ਅੱਜ ਐਂ ਬਣਾਈ ਬੈਠੇ ਵੀ ਉਹ ਸਾਡਾ ਰਾਹ ਰੁਸ਼ਨਾ ਰਹੇ ਨੇ, ਇਹ ਉਹਦੇ ਸਾਥੀਆਂ ਨੇ ਸਾਫ਼ ਕੀਤਾ। ਜਿਹੜੇ ਬੰਦੇ ਕਹਿ ਰਹੇ ਨਾ ਉਹ ਮਾਰਕਸਵਾਦੀ ਸੀ। ਅਜੈ ਘੋਸ਼ ਉਹਦਾ ਸਾਥੀ ਸੀਗਾ ਜਿਹੜਾ ਸੀਪੀਆਈ ਦਾ ਜਨਰਲ ਸਕੱਤਰ ਵੀ ਬਣਿਆ। ਉਹ ਕਹਿੰਦਾ ਵੀ ਉਦੋਂ ਸਾਨੂੰ ਮਾਰਕਸਵਾਦੀ ਜਾਂ ਭਗਤ ਸਿੰਘ ਨੂੰ ਮਾਰਕਸਵਾਦੀ ਕਹਿਣਾ ਤਾਂ ਬਿਲਕੁਲ ਹੀ ਗਲਤ ਹੈ। ਅਜੇ ਤਾਂ ਸਿੱਖ ਰਹੇ ਸੀ, ਸਿਖਾਂਦਰੂ ਸੀ, ਪਹਿਲੇ ਕਦਮ ਪੁੱਟ ਰਹੇ ਸੀ। ਇਹ ਤਾਂ ਜੇਲ੍ਹ 'ਚ ਜਾ ਕੇ ਰੂਸੀ ਸਾਹਿਤ ਮਿਲਿਆ ਅਤੇ ਅਜੇ ਤੋਂ ਪੜ੍ਹਨਾ ਸ਼ੁਰੂ ਕੀਤਾ ਸੀ। ਅਤੇ ਕਹਿੰਦੇ ਫਾਂਸੀ ਵਾਲੇ ਦਿਨ ਰਾਤ ਨੂੰ ਉਹ ਪੜ੍ਹ ਰਿਹਾ ਸੀਗਾ ਲੈਨਨ। ਫਿਰ ਕੀ ਹੋ ਗਿਆ? ਤੁਸੀਂ ਉਹਦੀ ਡਾਇਰੀ ਦੇਖੋ ਜੋ ਕਿਤਾਬਾਂ ਦੀ ਹੈ ਵੀ ਲਿਸਟ। ਹੁਣ ਉਹਦੇ ਨਾਲ ਹੀ ਬੰਦਿਆਂ ਨੂੰ ਰੋਹ ਪਾਈ ਜਾਂਦੇ ਆ ਵੀ ਦੇਖੋ ਜੀ ਇੰਨੀਆਂ ਕਿਤਾਬਾਂ ਪੜ੍ਹਦਾ ਸੀ। ਉਹ ਤੁਸੀਂ ਡਾਇਰੀ ਦੇਖੋ, ਉਹਦੇ 'ਚ ਕੋਈ ਤਰਤੀਬ ਨਹੀਂ, ਕੀ ਪੜ੍ਹਨਾ ਚਾਹੁੰਦਾ ਸੀ। ਰੈਂਡਮ ਜਿਹੜੀ ਵੀ ਚੀਜ਼ ਸਾਹਮਣੇ ਆ ਗਈ। ਪਹਿਲੀ ਸਟੇਜ ਇਹੀ ਹੁੰਦੀ ਹੈ ਹਰ ਇੱਕ ਦੀ। ਪਹਿਲਾਂ ਉਹ ਆਪਦੀ ਇੱਕ ਬੁਨਿਆਦ ਮਜ਼ਬੂਤ ਕਰਦਾ ਹੈ, ਜੋ ਵੀ ਮਿਲਦਾ ਉਹ ਪੜ੍ਹਦਾ ਹੈ। ਫਿਰ ਉਹਦੇ 'ਚ ਇੱਕ ਪੁਖਤਗੀ ਆਉਂਦੀ ਹੈ ਵਿਚਾਰਾਂ 'ਚ, ਉਹ ਅਜੇ ਨਹੀਂ ਆਈ ਸੀ। ਪਰ ਉਂਝ ਸੰਭਾਵਨਾਵਾਂ ਬਹੁਤ ਸੀ। ਮੈਂ ਤੇ ਸਾਰੀਆਂ ਲਿਖਤਾਂ ਦੇਖ ਲਈਆਂ ਜਿੰਨੇ ਨੇ ਵਿਸ਼ੇਸ਼ ਹੋਏ। ਮੈਂ ਡ੍ਰੀਮਲੈਂਡ ਦੀ ਭੂਮਿਕਾ ਸਾਹਿਤ ਬਾਰੇ, ਕਵਿਤਾ ਦੀ ਕਿਤਾਬ ਬਾਰੇ, ਉਹ ਦੇਖਣ ਵਾਲੀ ਹੈ। ਸੋ ਸੰਭਾਵਨਾਵਾਂ ਸੀਗੀਆਂ, ਪੋਟੈਂਸ਼ੀਅਲ ਬਹੁਤ ਸੀਗਾ ਉਹਦੇ 'ਚ। ਜੇ ਸਮਾਂ ਮਿਲ ਜਾਂਦਾ, ਇਹ ਹੁਣ ਆਪਾਂ ਕੁਛ ਨਹੀਂ ਕਹਿ ਸਕਦੇ। ਹਾਂ, ਇਨਕਲਾਬੀ ਸੀਗਾ ਉਹ ਤੋਂ ਆਹ ਕੰਮ ਨਹੀਂ ਸੀ ਹੋਣਾ ਜੋ ਅੱਜ ਦੇ ਕੱਬੇ ਕਰ ਰਹੇ ਨੇ ਕਦੇ। ਅਤੇ ਅੰਦਰੋਂ ਸਿੱਖੀ ਇੰਨੀ ਮਰੀ ਵੀ ਨਹੀਂ ਸੀ ਉਹਦੀ, ਇੰਨੀ ਨਹੀਂ ਸੀ ਮਰੀ। ਇਹ ਠੀਕ ਹੈ ਜਦੋਂ ਵਿਚਾਰਧਾਰਾ ਦੀ ਪਾਣ ਚੜ੍ਹਦੀ ਹੈ, ਜੇ ਕੋਈ ਵੱਡੀ ਗੱਲ ਵਾਪਰਦੀ ਤਾਂ ਫਿਰ ਜਾਗ ਪੈਂਦੀ ਹੈ। ਉਹ ਕਿੰਨਿਆਂ ਦੀ ਜਾਗੀ ਹੈ।
ਸੋ ਮੇਰਾ ਇਹ ਹੈ ਵੀ ਇਸ ਤਰ੍ਹਾਂ ਨਾ ਕਰੋ। ਇੱਕ ਹਿੱਸਾ ਭਗਤ ਸਿੰਘ ਦਾ ਸਾਡਾ ਵੀ ਹੈ ਕਿਤੇ। ਭਗਤ ਸਿੰਘ ਦੋ ਗੱਲਾਂ ਦਾ ਪ੍ਰਤੀਕ ਹੈ। ਇੱਕ ਜਿਹੜੀ ਕਮਿਊਨਿਸਟ ਜਾਂ ਸਮਾਜਵਾਦੀ ਵਿਚਾਰਧਾਰਾ ਦਾ, ਦੂਜਾ ਬਗਾਵਤ ਦਾ। ਜਿਹੜਾ ਸ਼ਹੀਦ ਭਗਤ ਸਿੰਘ ਦਾ ਬਗਾਵਤ ਦੇ ਪ੍ਰਤੀਕ ਵਾਲਾ ਹਿੱਸਾ ਉਹ ਸਾਡਾ ਵੀ ਹੈ। ਖਾੜਕੂ ਲਹਿਰ 'ਚ ਇੱਕ ਵੀ ਖਾੜਕੂ ਮੈਨੂੰ ਨਹੀਂ ਕੋਈ ਮਿਲਿਆ, ਇੱਕ ਵੀ, ਜਿਹੜਾ ਉਹ ਤੋਂ ਪ੍ਰੇਰਿਤ ਨਾ ਹੋਵੇ। ਜਿੰਦੇ ਤੇ ਸੁੱਖੇ ਨੇ ਜਿਹੜੀ ਕੁਲਦੀਪ ਨਈਅਰ ਨੂੰ ਚਿੱਠੀ ਲਿਖੀ ਸੀ, ਉਹਦੇ 'ਚ ਉਹਨੇ ਕਿਹਾ ਸੀ ਵੀ ਤੈਨੂੰ ਸ਼ਹੀਦ ਭਗਤ ਸਿੰਘ ਤੇ ਤਾਂ ਮਤਲਬ ਤੂੰ ਕਹਿਣਾ ਹੈ, ਸਾਡਾ ਤੂੰ ਦੱਸ ਫਰਕ ਕੀ ਹੈ। ਅਸੀਂ ਉਸੇ ਰਾਹ 'ਤੇ ਹੀ ਹਾਂ। ਸਾਰੇ ਬੰਦੇ ਉਹ ਤੋਂ ਜਿਹੜਾ ਵੀ ਲੜੂਗਾ, ਜਿਹੜੇ ਕਾਗਜ਼ੀ ਸ਼ੇਰ ਹੋਣਗੇ ਨਾ ਫੇਸਬੁੱਕਾਂ ਵਾਲੇ ਅਤੇ ਕਲੱਬ ਹਾਊਸਾਂ ਵਾਲੇ, ਉਹਨਾਂ ਨੂੰ ਕੋਈ ਲੋੜ ਨਹੀਂ। ਜਿਹਨੇ ਜੰਗ ਦੇ ਮੈਦਾਨ 'ਚ ਇੱਥੇ ਲੜਨਾ ਹੈ ਨਾ, ਉਹ ਭਗਤ ਸਿੰਘ ਪ੍ਰਤੀ ਐ ਨਹੀਂ ਧਾਰਨ ਕਰ ਸਕਦਾ। ਇਹ ਨਾ ਖੱਬੇ ਪੱਖੀਆਂ ਨੇ ਲੜਨਾ ਹੈ, ਮਾਓਇਸਟਾਂ ਦੇ ਇੱਕ ਸੈਕਸ਼ਨ ਨੂੰ ਛੱਡ ਚੁੱਕੇ ਨੇ ਰਾਹ। ਆਪ ਵਾਲਿਆਂ ਦਾ ਧੰਦਾ ਹੀ ਹੋਰ ਹੈ ਨਾ। ਅਤੇ ਸਾਡੇ ਜਿਹੜੇ ਪੰਥਕ ਸਫਾਂ ਦੇ ਵਿੱਚ ਜਿਹੜੇ ਫੇਸਬੁੱਕੀਏ ਹੈ, ਉਹਨਾਂ 'ਚ ਵੀ ਉਹ ਤਾਂ ਫੇਸਬੁੱਕਾਂ 'ਤੇ ਗੱਤਕਾ ਖੇਡਦੇ ਨੇ, ਮਸ਼ਕਾਂ ਕਰਦੇ ਨੇ ਬਸ। ਜਿਹਨੂੰ ਇੱਥੇ ਜੰਗੇ ਮੈਦਾਨ 'ਚ ਲੜਨਾ ਪਊ, ਸਿਰ ਦੇਣੇ ਪੈਣਗੇ, ਉਹ ਸ਼ਹੀਦ ਭਗਤ ਸਿੰਘ ਬਾਰੇ ਇਸ ਤਰ੍ਹਾਂ ਦਾ ਐਟੀਟਿਊਡ ਨਹੀਂ ਧਾਰਨ ਕਰੋ। ਮੈਂ ਬੋਲਿਆ ਸ਼ਹੀਦ ਭਗਤ ਸਿੰਘ ਬਾਰੇ ਬਹੁਤ, ਉਹਦੀ ਵਿਚਾਰਧਾਰਾ ਬਾਰੇ ਬਹੁਤ ਮੈਂ ਉਹਦੀ ਨੁਕਤਾਚੀਨੀ ਕੀਤੀ ਹੈ, ਪਰ ਇੱਕ ਦਾਇਰੇ ਅਤੇ ਇੱਕ ਮਰਿਆਦਾ 'ਚ ਰਹਿ ਕੇ ਕੀਤੀ ਹੈ। ਅੱਜ ਉਹਦੇ 'ਚੋਂ ਕੁਛ ਅੰਸ਼ ਕੱਢ ਕੇ ਜੋ ਅੱਜ ਚੱਲ ਰਿਹਾ ਉਹਦੇ 'ਚੋਂ ਫਿੱਟ ਇਨ ਕਰ ਲੈਣੇ, ਇਹ ਬਹੁਤ ਮਾੜੀ ਗੱਲ ਹੈ। ਇਹਦੇ ਤੋਂ ਮੈਨੂੰ ਬਹੁਤ ਨਿਰਾਸ਼ਤਾ ਹੋਈ ਹੈ। ਅਗਲੇ ਹਿੱਸੇ 'ਚ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸੂੰਗਾ। ਮੈਂ ਕੁਛ ਸਖਤ ਫੈਸਲੇ ਵੀ ਕਰਨ ਦਾ ਸੋਚਿਆ ਕਿ ਜੋ ਮੈਂ ਇਹ ਕਰੀ ਜਾਂਦਾ, ਇਹ ਤਾਂ ਫਿਰ ਮੈਨੂੰ ਜਿਹੜੇ ਬੰਦਿਆਂ 'ਤੇ ਇੰਨਾ ਮਾਣ ਸੀ, ਯਾਰ ਉਹ ਮੇਰੀਆਂ ਕਿਤਾਬਾਂ ਪੜ੍ਹੀਆਂ, ਮੇਰੀਆਂ ਸੁਣਦੇ ਨੇ, ਅਤੇ ਮੈਨੂੰ ਸੀ ਬੜੇ ਮਚਿਓਰ ਹੋ ਗਏ ਹੋਣਗੇ। ਉਹ ਬੰਦੇ ਹੁਣ ਜਿਸ ਤਰ੍ਹਾਂ ਦੇ ਬਹਿਣ 'ਚ ਬਹਿ ਤੁਰੇ ਨੇ, ਮੇਰਾ ਤਾਂ ਮਨ ਖੱਟਾ ਹੋ ਗਿਆ। ਮੈਨੂੰ ਤਾਂ ਐਂ ਲੱਗਿਆ ਮੈਂ ਤਾਂ ਮਨ ਪਰਚਾਵੇ 'ਤੇ ਹੀ ਲੱਗਿਆ ਰਿਹਾ, ਜਿਹੜਾ ਇੰਨਾ ਜ਼ੋਰ ਲਾਇਆ। ਉਹ ਜੋ ਮੈਂ ਚਾਹੁੰਦਾ, ਮਤਲਬ ਮੈਂ ਜ਼ਿੰਦਗੀ ਅਸੂਲਾਂ ਮੁਤਾਬਕ ਜਿਉਣੀ ਹੈ, ਅਤੇ ਇੱਕ ਅਸੂਲ ਇਹ ਹੈ ਕਿ ਜਿਹੜੀ ਡਾਇਵਰਸਿਟੀ ਹੈ ਉਹਦਾ ਇੱਕ ਨਿਯਮ ਹੈ। ਦੀਪ ਸਿੱਧੂ ਨੂੰ ਮੈਂ ਕਿਸੇ ਕਲੱਬ ਹਾਊਸ 'ਚ ਨਹੀਂ ਮਿਲਿਆ, ਮੈਂ ਕਿਸੇ ਫੇਸਬੁੱਕ 'ਤੇ ਨਹੀਂ ਮਿਲਿਆ, ਮੈਂ ਫੋਨਾਂ ਰਾਹੀਂ ਨਹੀਂ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਉਹਨੂੰ ਹੋਰ ਤਰ੍ਹਾਂ ਦੇਖਿਆ। ਮੈਨੂੰ ਪਤਾ ਉਹ ਕੀ ਸੀ। ਉਹਨੇ ਕਿੰਨੀ ਵਾਰ ਇਹ ਗੱਲ ਕਹੀ ਹੈ, ਡਾਇਵਰਸਿਟੀ ਨੂੰ ਸੈਲੀਬ੍ਰੇਟ ਕਰੋ। ਕਿਵੇਂ? ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਜਿਹੜੇ ਇਹ ਕਹਿੰਦੇ ਨਾ ਦੂਜੇ ਦੀਆਂ ਜੜ੍ਹਾਂ ਪੁੱਟ ਕੇ ਪੰਜਾਬ 'ਚੋਂ ਅਸੀਂ ਆਪਦੀ ਜੜ੍ਹ ਲਾਉਣੀ ਹੈ, ਇਹ ਸਿੱਖੀ ਦਾ ਰਾਹ ਹੀ ਨਹੀਂ। ਸਿੱਖੀ ਦਾ ਤਾਂ ਅਸੂਲ ਹੀ ਤੁਮਕੋ ਤੁਮਾਰਾ ਖੂਬ, ਹਮਕੋ, ਰਿਸਪੈਕਟ ਦੀ ਅਦਰਨੈਸ ਆਫ ਦੀ ਅਦਰ। ਡਾਇਵਰਸਿਟੀ ਦਾ ਮਤਲਬ ਹੀ ਇਹੀ ਹੈ। ਇਹ ਕੀ ਵੀ ਇਹਨੂੰ ਮਲੀਆ ਮੇਟ ਕਰ ਦੇਣਾ ਵੀ ਹੁਣ ਮੌਕਾ ਹੈ, ਬਸ ਰਗੜ ਦਿਓ ਹੁਣ ਇਹਨਾਂ ਨੂੰ। ਨਾ ਰਗੜਨਾ, ਰਗੜਿਆ ਜਾਣਾ, ਨਾ ਤੁਹਾਡੇ 'ਚ ਨਾ ਤੰਤ ਹੈ। ਇਹ ਮਨ ਦੇ ਭੁਲੇਖੇ ਨੇ, ਇਹ ਥੋੜ੍ਹੇ ਦਿਨ ਚੱਲ ਕੇ ਨਿਕਲ ਜਾਣਗੇ। ਅਤੇ ਨਾ ਕਦੇ ਸਿੱਖੀ ਦਾ ਇਹ ਕਾਰਜ ਹੈ ਕਿਸੇ ਨੂੰ ਗਿੱਟੇ ਵੱਢ ਕੇ ਉਹਨੂੰ ਨੀਵਾਂ ਕਰਕੇ ਛੋਟਾ ਬਣਾ ਕੇ ਆਪ ਉੱਚਾ ਹੋਵੇ ਕੋਈ। ਇੱਥੇ ਤਾਂ ਬੰਦੇ ਆਪਦੇ ਕਾਰਨਾਮਿਆਂ ਰਾਹੀਂ ਵੱਡੇ ਹੋਏ। ਇੱਕ ਵੀ ਖਾੜਕੂ ਨੇ ਕਿਤੇ ਭਗਤ ਸਿੰਘ ਨੂੰ ਨੀਵਾਂ ਦਿਖਾ ਕੇ ਆਪ ਵੱਡਾ ਨਹੀਂ ਸੀ ਹੋਇਆ। ਉਹ ਆਪਦੇ ਕਰੈਕਟਰ ਦੇ ਜ਼ੋਰ 'ਤੇ ਹੋਏ ਸੀ। ਅਤੇ ਦੀਪ ਸਿੱਧੂ ਬਾਰ-ਬਾਰ ਕਰੈਕਟਰ 'ਤੇ ਜ਼ੋਰ ਦਿੰਦਾ ਸੀਗਾ। ਉਹਦੇ ਅਰਥ ਆ ਸੀਗੇ, ਉਹ ਬਾਰ-ਬਾਰ ਉਹਨੂੰ ਝੋਰਾ ਹੁੰਦਾ ਸੀ ਜੀ ਕਰੈਕਟਰ ਬਹੁਤ ਗਿਰ ਗਿਆ ਬਾਰ-ਬਾਰ। ਇਹ ਅਮਰਦੀਪ ਗਿੱਲ ਤੋਂ ਪੁੱਛ ਲਓ, ਜਿਹਦੇ ਨਾਲ ਉਹ ਬਿਲਕੁਲ ਦਿਲ ਦੀ ਹਰ ਗੱਲ ਖੋਲ੍ਹਦਾ ਸੀ। ਸੋ ਮੇਰਾ ਖਿਆਲ ਅੱਜ ਦੀ ਗੱਲਬਾਤ ਆਪਾਂ ਇੱਥੇ ਖ਼ਤਮ ਕਰੀਏ, ਕਿਉਂਕਿ ਲੰਬੀ ਹੋ ਰਹੀ ਹੈ। ਹੁਣ ਸੈਕਿੰਡ ਪਾਰਟ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੋ ਬੋਲੇ ਨੇ, ਉਹਦੇ 'ਤੇ ਆਪਾਂ ਗੱਲ ਕਰਾਂਗੇ। ਉਹਦੇ ਬਾਰੇ ਮੇਰਾ ਓਪੀਨੀਅਨ ਕੀ ਹੈ।
ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਅੱਜ ਦੀ ਪ੍ਰੋਗਰਾਮ ਸਿਰਫ ਇਸ ਚੀਜ਼ ਦੀ ਵਿਆਖਿਆ ਕੀਤੀ ਵੀ ਜੋ ਵਾਦ ਵਿਵਾਦ ਛਿੜਿਆ ਹੋਇਆ ਹੈ ਪੰਥਕ ਧਿਰਾਂ ਅਤੇ ਖੱਬੇ ਪੰਥੀ ਧਿਰਾਂ ਨੇ, ਅਕਸਰ ਉਹਨਾਂ 'ਚ ਛਿੜ ਜਾਂਦਾ ਹੁੰਦਾ ਹੈ ਅਤੇ ਫਿਰ ਜ਼ਾਹਿਰ ਹੈ ਵੀ ਇਸ 'ਚੋਂ ਕਿਰਦਾਰ ਕੁਸ਼ੀ ਵੀ ਨਿਕਲਦੀ ਹੈ ਅਤੇ ਹੋਰ ਬਹੁਤ ਇੱਕ ਦੂਏ 'ਤੇ ਚਿੱਕੜ ਉਛਾਲਿਆ ਜਾਂਦਾ ਹੈ। ਸੋ ਇਹ ਸਰਦਾਰ ਅਜਮੇਰ ਸਿੰਘ ਜੀ ਉਹਨਾਂ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਛੋਹਿਆ ਅਤੇ ਉਹਨਾਂ ਦੀਆਂ ਆਪ ਦੀਆਂ ਲਿਖਤਾਂ 'ਚੋਂ ਹੀ ਮਿਸਾਲਾਂ ਪੇਸ਼ ਕੀਤੀਆਂ। ਇਹਨਾਂ ਵਿਚਾਰਾਂ ਦੀ ਲੜੀ ਨੂੰ ਅਸੀਂ ਅਗਲੇ ਪ੍ਰੋਗਰਾਮ 'ਚ ਜਾਰੀ ਰੱਖਾਂਗੇ। ਉਦੋਂ ਤਾਈਂ ਸਾਨੂੰ ਇਜਾਜ਼ਤ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।